ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਫੋਕਸ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਅਸੀਂ ਅੱਜ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਉਣਾ ਚਾਹੁੰਦੇ ਹਾਂ, ਜਿਸ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹਾਂ, ਉਹ ਇਹ ਹੈ ਕਿ ਕਰੋਨਾ ਵਾਇਰਸ ਨੂੰ ਲੈ ਕੇ ਲੋਕਡਾਊਨ ਲੱਗਿਆ ਰਿਹਾ। ਕਈ ਪੜਾਵਾਂ ਦੇ ਵਿੱਚ ਦੀ ਗੁਜ਼ਰਦਾ ਤੇ ਹੁਣ ਸਥਿਤੀ ਕੀ ਹੈ। ਆਉਣ ਵਾਲੇ ਮਹੀਨੇ ਦੇ ਵਿੱਚ ਅਗਸਤ ਮਹੀਨੇ ਕਿਹੜੀਆਂ ਹੋਰ ਖੁੱਲ੍ਹਾਂ ਤੇ ਢਿੱਲਾਂ ਮਿਲ ਜਾਣ ਦੀ ਸੰਭਾਵਨਾ ਹੈ, ਉਹ ਜ਼ਿਕਰ ਕਰਾਂਗੇ। ਭਾਰਤ ਦੇ ਵਿੱਚ ਨਵੀਂ ਸਿੱਖਿਆ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਲਗਭਗ 34 ਵਰ੍ਹਿਆਂ ਤੋਂ ਬਾਅਦ ਕੀ ਬਦਲਾਅ, ਕੀ ਤਬਦੀਲੀਆਂ ਨੇ, ਇਹ ਤੇ ਨਾਲ ਪੰਜਾਬੀ ਮਾਂ ਬੋਲੀ ਜਾਂ ਹੋਰ ਜਿਹੜੀਆਂ ਸਥਾਨਕ ਭਾਸ਼ਾਵਾਂ ਨੇ, ਮਾਂ ਬੋਲੀਆਂ ਦੇ ਬਾਬਤ ਇਸ ਨਵੀਂ ਸਿੱਖਿਆ ਨੀਤੀ ਵਿੱਚ ਕੀ ਕੁਝ ਹੈ, ਇਹਦੇ ਤੇ ਵੀ ਗੱਲਬਾਤ ਕਰਾਂਗੇ। ਬੀਤੇ ਕਈ ਦਿਨਾਂ ਤੋਂ ਜਾਂ ਕਈ ਮਹੀਨਿਆਂ ਤੋਂ ਜੇ ਕਹਿ ਦਈਏ ਕਿ ਪੰਜਾਬ ਦੀ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ, ਤਾਂ ਉਸ ਦੇ ਵਿੱਚ ਬ੍ਰਹਮਪੁਰਾ ਸਾਹਿਬ ਨੇ ਸੁਖਦੇਵ ਸਿੰਘ ਢੀਂਡ ਸਾਹਿਬ ਦੇ ਬਾਬਤ ਕੁਝ ਅਹਿਮ ਖੁਲਾਸੇ ਕੀਤੇ ਨੇ, ਉਹਦੀ ਗੱਲਬਾਤ ਕਰਾਂਗੇ। ਰਾਜਸਥਾਨ ਵਿਧਾਨ ਸਭਾ ਦਾ ਸੈਸ਼ਨ ਕਦੋਂ ਤੋਂ ਕਦੋਂ ਤੱਕ ਚੱਲਣ ਦੀ ਸੰਭਾਵਨਾ ਹੈ, ਉਹ ਵੀ ਜ਼ਿਕਰ ਕਰਾਂਗੇ। ਇਹਦੇ ਨਾਲ ਬਿਜਲੀ ਦੇ ਮੀਟਰਾਂ ਨੂੰ ਲੈ ਕੇ ਇੱਕ ਹੰਗਾਮਾ ਖੜਾ ਹੋਇਆ, ਮੀਟਰ ਲਾਉਣ ਵਾਲਿਆਂ ਨੂੰ ਡੱਕ ਲਿਆ ਗਿਆ। ਇਹ ਖਬਰਸਾਰ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਇਹ ਕੁਝ ਇੱਕ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਗੱਲਾਂ ਬਾਤਾਂ ਤੇ ਆਓ ਹੁਣ ਸ਼ਾਮਲ ਕਰਦੇ ਹਾਂ ਪਰਮਵੀਰ ਬਾਠ ਸਾਹਿਬ ਨੂੰ। ਬਾਠ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ ਬੈਨੀਪਾਲ ਸਾਹਿਬ। ਦੇਖੋ, ਕੈਲਗਰੀ ਸਟੂਡੀਓ 'ਚ ਬੈਠੇ ਆ ਜੀ, ਹੋ ਤਾਂ ਕਈ ਦਿਨ ਗਏ ਆ ਜੀ। ਆਪਣੇ ਦਰਸ਼ਕ ਪ੍ਰਾਈਮ ਸਵੇਰ 'ਚ ਵੀ ਦੇਖਦੇ ਆ, ਫੋਕਸ ਵੀ ਦੇਖਦੇ ਆ ਕਿ ਆਪਾਂ ਰਮਣੀਕ ਥਾਵਾਂ ਦਿਖਾਉਂਦੇ ਸੀ, ਪਰ ਅੱਜ ਆਪਾਂ ਸੋਚਿਆ ਕਿ ਭਾਈ ਇਹ ਨਾ ਹੋਵੇ ਕਿ ਚੇਤਾ ਭੁੱਲ ਜਾਵੇ ਸਾਰਿਆਂ ਨੂੰ ਕਿ ਸਟੂਡੀਓ ਵੀ ਹੈਗਾ। ਜੀ ਜੀ। ਕਿਉਂਕਿ ਕੈਲਗਰੀ ਦੇ ਵਿੱਚ ਸਟੂਡੀਓ ਖੁੱਲ੍ਹਿਆਂ ਨੂੰ ਬਹੁਤਾ ਸਮਾਂ ਨਹੀਂ ਹੋਇਆ, ਅਜੇ ਮਹੀਨਿਆਂ 'ਚ ਹੀ ਆ, ਸਾਲਾਂ ਬੱਧੀ ਨਹੀਂ ਹੋਇਆ। ਇਸ ਕਰਕੇ ਅੱਜ ਅਸੀਂ ਸਟੂਡੀਓ ਦਾ ਵੀ ਚੈੱਕ ਚੁੱਕ ਕਰਦੇ ਸੀ। ਭਾਈ ਤੁਹਾਨੂੰ ਹਾਕ ਹੂਕ ਠੀਕ ਆਉਂਦੀ ਹੈ, ਆਵਾਜ਼ ਬੂਝ ਠੀਕ ਆਉਂਦੀ ਹੈ, ਫੂਕਾਂ ਜੀਆਂ ਤਾਂ ਨਹੀਂ ਆਈ ਜਾਂਦੀਆਂ, ਤੁਸੀਂ ਇਹ ਵੀ ਦੱਸ ਦੇਣਾ ਹੈ। ਬਾਕੀ ਬੈਨੀਪਾਲ ਸਾਹਿਬ, ਵੈਸੇ ਤਾਂ ਸਾਰੇ ਮੁੱਦੇ ਬੜੇ ਮਹੱਤਵਪੂਰਨ ਤੁਸੀਂ ਛੇੜੇ। ਐਂ ਲੱਗਦਾ ਕਿ ਜਿੱਦਾਂ ਬਾਗ ਦੇ ਵਿੱਚ ਜਾਈਏ ਤਾਂ ਚੁਣ ਕੇ ਅੰਬ ਜਿਹੜੇ ਆ ਲੈ ਕੇ ਆਈਦੇ ਢੇਰੀ ਦੇ ਵਿੱਚੋਂ ਜੀ। ਪਰ ਮੈਨੂੰ ਲੱਗਦਾ ਕਿ ਆਪਾਂ ਗੱਲ ਪੰਜਾਬ ਤੋਂ ਸ਼ੁਰੂ ਕਰੀਏ। ਤੁਸੀਂ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਦਾ ਜ਼ਿਕਰ ਕੀਤਾ। ਹੁਣ ਬ੍ਰਹਮਪੁਰਾ ਸਾਹਿਬ ਵੈਸੇ ਤਾਂ ਦੇਖਿਆ ਜਾਵੇ ਕਿ ਤਜਰਬੇ ਦੇ ਵਿੱਚ ਬਹੁਤ ਵੱਡੇ ਨੇ, ਕਈ ਵਾਰ ਦੇ MP MLA ਅਕਾਲੀ ਦਲ ਦੇ ਵੱਡੇ ਅਹੁਦਿਆਂ ਤੇ ਕੋਰ ਕਮੇਟੀ ਦੇ ਵਿੱਚ ਰਹੇ ਜੀ, ਤਜਰਬਾ ਬੜਾ ਹੋ ਗਿਆ। ਕਈ ਹਾੜ ਸੌਣ ਵੇਖੇ, ਗਰਮੀਆਂ ਸਿਆਲਾਂ ਉਹਨਾਂ ਨੇ ਵੇਖੀਆਂ। ਪੰਜਾਬ ਦੀ ਰਾਜਨੀਤੀ 'ਚ ਅਕਾਲੀ ਦਲ ਥੱਲੇ ਲੱਗਦਾ ਵੇਖਿਆ, ਸੱਤਾ 'ਚ ਆਉਂਦਾ ਵੇਖਿਆ। ਅਕਾਲੀ ਦਲ ਦੇ ਵਿੱਚੋਂ ਕਈ ਧਿਰਾਂ ਨਿਕਲਦੀਆਂ ਵੇਖੀਆਂ, ਨਿੱਕੇ ਨਿਆਣੇ ਸੈੱਟ ਹੁੰਦੇ ਵੇਖੇ ਤੇ ਆਪਦੇ ਉਹਨਾਂ ਨੇ ਕੀਤੇ ਵੀ। ਹੁਣ ਜਦੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਿਛਲੇ ਸਮੇਂ ਦੇ ਵਿੱਚ ਆਪਣੀ ਪਾਰਟੀ ਬਣਾਈ ਸੀ ਜੀ, ਅਕਾਲੀ ਦਲ ਟਕਸਾਲੀ, ਤਾਂ ਬ੍ਰਹਮਪੁਰਾ ਸਾਹਿਬ ਕਹਿੰਦੇ ਸੀ ਕਿ ਭਾਈ ਉਹ ਜਿਹੜਾ ਅਕਾਲੀ ਦਲ ਬਾਦਲਾਂ ਦਾ ਉਹ ਸਹੀ ਨਹੀਂ ਹੈਗਾ, ਅਸਲੀ ਅਕਾਲੀ ਦਲ ਸਾਡਾ। ਫਿਰ ਦੇਖੋ ਕਿੰਨੀ ਪ੍ਰਕਿਰਿਆ ਚੱਲਦੀ ਹੈ। ਪਹਿਲਾਂ ਸਾਰੀਆਂ ਸੀਟਾਂ ਤੇ ਲੋਕ ਸਭਾ ਦੀ ਕਹਿੰਦੇ ਸੀ ਚੋਣ ਲੜਾਂਗੇ, ਫਿਰ 4 ਉਮੀਦਵਾਰ ਐਲਾਨ ਦਿੱਤੇ, ਬਾਅਦ ਵਿੱਚ ਵੀਰ ਦਵਿੰਦਰ ਸਿੰਘ ਇੱਕੋ ਹੀ ਰਹਿ ਗਏ। ਬਾਕੀ ਸਾਰੇ ਜਿਹੜੇ ਉਹਨਾਂ ਦੇ ਉਮੀਦਵਾਰ ਸੀ ਉਹ ਸੱਜੇ ਖੱਬੇ ਹੋ ਗਏ। ਤਾਂ ਵੋਟਾਂ ਵੀਰ ਦਵਿੰਦਰ ਸਿੰਘ ਹੋਰਾਂ ਨੂੰ ਵੀ 10,000 ਹੀ ਪਈਆਂ, 11,000 ਨਹੀਂ ਹੋਈਆਂ। ਹੁਣ ਜਦੋਂ 15-16 ਲੱਖ ਵੋਟਾਂ ਦੇ ਵਿੱਚੋਂ 10,000 ਹੀ ਪੈਣ, ਇਹਦਾ ਮਤਲਬ ਹੈ ਕਿ ਪਾਰਟੀ ਦਾ ਭਵਿੱਖ ਸੁਨਹਿਰਾ ਨਹੀਂ। ਫਿਰ ਕਦੇ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਸੱਦਦੇ ਰਹੇ, ਸਰਨਾ ਸਾਹਿਬ ਨੂੰ ਵੀ ਸੱਦਦੇ ਰਹੇ, GK ਸਾਹਿਬ ਨੂੰ ਵੀ ਸੱਦਦੇ ਰਹੇ, ਸਾਂਝੇ ਪ੍ਰੋਗਰਾਮ ਉਲੀਕਦੇ ਰਹੇ। ਇਹ ਸਾਰੇ ਬੰਦੇ ਜਾਂਦੇ ਰਹੇ ਆ, ਰਵਿੰਦਰ ਸਿੰਘ ਹੋਰੀ ਜਾਂਦੇ ਰਹੇ ਆ। ਉਦੋਂ ਇੱਕੋ ਹੀ ਗੱਲ ਸੀ ਕਿ ਬਾਦਲ ਵਿਰੋਧੀ ਪੰਥਕ ਦਲਾਂ ਨੂੰ ਅਸੀਂ ਇੱਕ ਥਾਂ ਤੇ ਲਿਆਉਣਾ ਹੈ। ਉਦੋਂ ਸਾਰਾ ਹੀ ਮਸਲਾ ਇਹ ਸੀ ਕਿ ਜਿੰਨੀ ਦੇਰ ਬਾਦਲਾਂ ਨੂੰ SGPC ਤੋਂ ਬਾਹਰ ਨਹੀਂ ਕੱਢਦੇ, ਇਹੀ ਕਹਿੰਦੇ ਸੀ ਨਾ ਬ੍ਰਹਮਪੁਰਾ ਸਾਹਿਬ, ਉਨੀ ਦੇਰ ਗੱਲ ਹੀ ਨਹੀਂ ਬਣਨੀ। ਇਹ ਵੀ ਕਹਿੰਦੇ ਸੀ ਕਿ ਭਾਵੇਂ ਢੀਂਡਸਾ ਸਾਹਿਬ ਹੋਣ, ਭਾਵੇਂ ਬਾਕੀ ਬੰਦੇ ਹੋਣ, ਉਹ ਸਾਰੇ ਹੀ ਬੰਦੇ ਬਾਦਲਾਂ ਦੇ ਸਤਾਏ ਹੋਏ ਚੰਗੇ ਬੜੇ ਆ ਜੀ। ਪਰ ਹੁਣ ਜਦੋਂ ਬ੍ਰਹਮਪੁਰਾ ਸਾਹਿਬ ਹੋ ਗਏ ਬਿਮਾਰ, ਠਮਾਰ, PGI ਦਾਖਲ ਹੋ ਗਏ, ਉਧਰੋਂ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਨਵੀਂ ਪਾਰਟੀ ਬਣਾ ਲਈ, ਅਕਾਲੀ ਦਲ ਡੈਮੋਕ੍ਰੇਟਿਕ ਜੀ। ਹੁਣ ਇੱਕ ਹੋ ਗਿਆ ਅਕਾਲੀ ਦਲ ਬਾਦਲ, ਦੂਜਾ ਹੋ ਗਿਆ ਅਕਾਲੀ ਦਲ ਟਕਸਾਲੀ, ਤੀਜਾ ਹੋ ਗਿਆ ਅਕਾਲੀ ਦਲ ਡੈਮੋਕ੍ਰੇਟਿਕ। ਤੇ ਇਹਨਾਂ ਦੇ ਬਹੁਤੇ ਬੰਦੇ ਉਹਨਾਂ ਦੇ ਨਾਲ ਟੁੱਟ ਕੇ ਚਲੇ ਵੀ ਗਏ। ਸੇਵਾ ਸਿੰਘ ਸੇਖਵਾਂ ਵੀ ਚਲੇ ਗਿਆ, ਰਵਿੰਦਰ ਸਿੰਘ ਹੋਰੀ ਵੀ ਚਲੇ ਗਏ, ਬਾਕੀ ਕਈ ਬੰਦੇ ਵੀ ਚਲੇ ਗਏ। ਤੇ ਸੁਖਨਾ ਜਿਹੜੇ ਬੰਦੇ ਵੀਰ ਦਵਿੰਦਰ ਸਿੰਘ ਹੋਰਾਂ ਨੂੰ ਕੈਂਡੀਡੇਟ ਬਣਾਇਆ ਸੀ ਉਹ ਵੀ ਚਲੇ ਗਏ। ਚਲੋ ਕੋਈ ਨਹੀਂ। ਹੁਣ ਪਹਿਲੀ ਗੱਲ ਹੈ ਕਿ ਇੱਥੋਂ ਹੀ ਪੰਥਕ ਏਕਤਾ ਦਾ ਤਾਂ ਕੰਮ ਹੋ ਗਿਆ ਤਬਾਹ, ਐਨ ਕੰਮ ਠੱਪ ਹੋ ਗਿਆ। ਹੁਣ ਬੈਨੀਪਾਲ ਸਾਹਿਬ ਜਿਹੜਾ ਨਵਾਂ ਇੱਕ ਮਾਮਲਾ ਸਾਹਮਣੇ ਆਇਆ ਜੀ, ਰਵਿੰਦਰ ਸਿੰਘ ਹੋਰੀ ਉਧਰ ਚਲੇ ਗਏ, ਕੋਈ ਗੱਲ ਨਹੀਂ। GK ਹੋਰੀ ਵੀ ਉਧਰ ਚਲੇ ਗਏ, ਕੋਈ ਗੱਲ ਨਹੀਂ, ਉਹਨਾਂ ਦੀ ਆਪਣੀ ਮਿਜ਼ਾਜ ਜਿੱਧਰਲੇ ਪਾਸੇ ਮਰਜੀ ਜਾਣ। ਪਰ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਕਹਿੰਦੇ ਦੇਖੋ ਸਾਡੇ ਤੇ ਨਾ ਦੋਸ਼ ਲਾਓ ਕਿ ਸਾਡਾ ਅਕਾਲੀ ਦਲ ਟਕਸਾਲੀ ਆ, ਭਾਜਪਾ ਨਾਲ ਰਲਿਆ। ਕਹਿੰਦੇ ਬਿਲਕੁਲ ਨਹੀਂ। ਅਸਲ ਦੇ ਵਿੱਚ ਕਹਿੰਦੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਭਾਜਪਾ ਨਾਲ ਸੰਬੰਧ ਆ। ਸੁਖਦੇਵ ਸਿੰਘ ਢੀਂਡਸਾ ਹੋਰੀ ਭਾਜਪਾ ਨਾਲ ਰਲਿਓ ਆ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਦਿੱਲੀ ਜਾ ਕੇ ਸਿਟੀ ਰਲਿਓ ਆ। ਕੀ ਬ੍ਰਹਮਪੁਰਾ ਸਾਹਿਬ ਨੂੰ ਅੱਜ ਹੀ ਪਤਾ ਲੱਗਾ ਜਾਂ ਬ੍ਰਹਮਪੁਰਾ ਸਾਹਿਬ ਨੂੰ ਇਹਦੇ ਬਾਰੇ ਪਹਿਲਾਂ ਹੀ ਜਾਣਕਾਰੀ ਸੀ? ਜੇ ਪਹਿਲਾਂ ਹੀ ਜਾਣਕਾਰੀ ਸੀ ਤਾਂ ਢੀਂਡਸਾ ਸਾਹਿਬ ਦੀਆਂ ਸਿਫਤਾਂ ਕਿਉਂ ਕਰਦੇ ਰਹੇ? ਜੇ ਹੁਣ ਢੀਂਡਸਾ ਸਾਹਿਬ ਨੇ ਅੱਡ ਆਪਣਾ ਰਾਹ ਅਪਣਾ ਲਿਆ
ਤਾਂ ਕੀ ਬ੍ਰਹਮਪੁਰਾ ਸਾਹਿਬ ਦਾ ਹੁਣ ਇਹ ਕਹਿਣਾ ਕਿ ਭਾਈ ਉਹ ਬੀਜੇਪੀ ਨਾਲ ਰਲੇ ਹੋਏ ਆ ਜਾਇਜ਼ ਹੈ ਕਿ ਨਹੀਂ ਜਾਇਜ਼? ਪਰ ਇੰਨੀ ਗੱਲ ਪੱਕੀ ਹੈ ਕਿ ਅੱਜ ਤੱਕ ਅਕਾਲੀ ਦਲ ਬਾਦਲ ਨੂੰ ਟੱਕਰ ਦੇਣ ਦੇ ਲਈ ਬੈਨੀਪਾਲ ਸਾਹਿਬ ਜਿੰਨੀਆਂ ਵੀ ਧਿਰਾਂ ਸਾਹਮਣੇ ਆਈਆਂ, ਭਾਵੇਂ ਉਹ ਯੂਨਾਈਟਿਡ ਅਕਾਲੀ ਦਲ ਸੀ, ਅਕਾਲੀ ਦਲ ਅੰਮ੍ਰਿਤਸਰ ਸੀ, ਕੋਈ ਸੀ, ਉਹ ਸਾਰੀਆਂ ਧਿਰਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਆਪਸ ਵਿੱਚ ਪਾਟੋ-ਤਾੜ ਸੀ। ਹੁਣ ਵੀ ਜਦੋਂ ਸਾਰੀਆਂ ਇਹ ਬਾਦਲ ਵਿਰੋਧੀ ਧਿਰਾਂ ਤੁਰੀਆਂ ਹੋਈਆਂ ਨੇ ਦਿੱਲੀ ਨੂੰ ਕਿ ਐਸਜੀਪੀਸੀ ਦੀਆਂ ਚੋਣਾਂ ਕਰਾਓ ਜੀ, ਐਸਜੀਪੀਸੀ ਦੀਆਂ ਚੋਣਾਂ ਕਰਾਓ, ਤੁਹਾਡੇ ਕੋਲੇ ਪੰਜਾਬ 'ਚ ਬੰਦੇ ਹੈਗੇ ਆ, ਤੁਹਾਡੇ ਕੋਲੇ ਪੰਜਾਬ ਦੇ ਪਿੰਡ-ਪਿੰਡ 'ਚ ਵਰਕਰ ਹੈਗਾ। ਜੇ ਭਲਕ ਨੂੰ ਮੰਨ ਲਓ ਭਾਰਤ ਸਰਕਾਰ ਦਾ ਗ੍ਰਹਿ ਮੰਤਰਾਲਾ ਇਸ ਮੁੱਦੇ ਤੇ ਕੋਈ ਚਰਚਾ ਛੇੜ ਵੀ ਲੈਂਦਾ ਕਿ ਅਸੀਂ ਐਸਜੀਪੀਸੀ ਦੀ ਚੋਣ ਕਰਾਉਣੇ ਆ, ਚਾਰ ਪਾਸੇ ਨੂੰ ਤੁਹਾਡੇ ਮੂੰਹ ਵਿੰਗੇ ਹੋਏ ਫਿਰਦੇ ਆ, ਬੰਦੇ ਤੁਹਾਡੇ ਕੋਲੇ ਪੰਜਾਬ ਦੇ ਪਿੰਡਾਂ ਦੇ ਵਿੱਚ ਕੋਈ ਹੈ ਨਹੀਂ, ਇੱਕ ਦੂਜੇ ਤੁਸੀਂ ਦੋਸ਼ ਲਾਈ ਜਾਂਦੇ ਆ, ਤੁਸੀਂ ਉਹਨਾਂ ਨੂੰ ਐਸਜੀਪੀਸੀ ਬਾਹਰ ਕੱਢ ਕਿੱਦਾਂ ਦਿਓਗੇ? ਬਾਠ ਸਾਹਿਬ ਇੱਕ ਗੱਲ ਇਹਦੇ 'ਚ ਹੋਰ ਸਮਝਣ ਵਾਲੀ ਹੈ। ਹੁਣ ਬ੍ਰਹਮਪੁਰਾ ਸਾਹਿਬ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਇਹ ਵੀ ਕਿਹਾ ਸੀ ਕਿ ਸੁਖਦੇਵ ਸਿੰਘ ਢੀਂਡਸਾ ਆਉਣ ਅਤੇ ਅਸੀਂ ਆਪਣੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਪ੍ਰਧਾਨ ਬਣਾਉਣੇ ਆ। ਕਿ ਉਸ ਦਿਨ ਸੁਖਦੇਵ ਸਿੰਘ ਢੀਂਡਸਾ ਦੇ ਬਾਰੇ ਬ੍ਰਹਮਪੁਰਾ ਸਾਹਿਬ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਉਹ ਭਾਜਪਾ ਦੇ ਨਾਲ ਰਲੇ ਹੋਏ ਨੇ? ਦੂਸਰੀ ਗੱਲ ਆ, ਇਹ ਤਾਂ ਥੋੜੇ ਸਮੇਂ ਤੋਂ, ਥੋੜੇ ਸਾਲਾਂ ਤੋਂ ਬਣਾਇਆ। ਪਹਿਲਾਂ ਜਦੋਂ ਬ੍ਰਹਮਪੁਰਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸੀ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਆਪਸ ਦੇ ਵਿੱਚ ਅੱਟੀ ਸੱਟੀ ਗਾਂਢ-ਸਾਂਢ ਤਾਂ ਬਹੁਤ ਲੰਬੇ ਸਮੇਂ ਤੋਂ ਹੈ। ਇਹਦਾ ਮਤਲਬ ਹੁਣ ਗੱਲ ਕੋਈ ਹੋਰ ਹੈ, ਜਾਂ ਤਾਂ ਉਹਨੂੰ ਇਹ ਲੱਗਦਾ ਕਿ ਪਰੜਾ ਢੀਂਡਸੇ ਵਾਲਾ ਮੇਰੇ ਨਾਲੋਂ ਭਾਰੀ ਹੁੰਦਾ ਜਾ ਰਿਹਾ। ਅਸਲ ਦੇ ਵਿੱਚ ਕਹਾਣੀ ਕੋਈ ਹੋਰ ਹੁੰਦੀ ਹੈ, ਦੱਸੀ ਜਾਂ ਸਮਝਾਈ ਕਿਸੇ ਹੋਰ ਤਰੀਕੇ ਨਾਲ ਜਾਂਦੀ ਹੈ। ਮੈਨੂੰ ਲੱਗਦਾ ਕਿ ਮਸਲਾ ਭਾਜਪਾ ਦੇ ਨਾਲ ਕਿਹਦੀ ਸਾਂਝ ਹੈ, ਕਿਹਦੀ ਸਾਂਝ ਨਹੀਂ, ਇਹ ਨਹੀਂ। ਮਸਲਾ ਇਹ ਹੈ ਕਿ ਕਿਹੜਾ ਮੇਰੇ ਤੋਂ ਭਾਰੂ ਹੁੰਦਾ ਜਾ ਰਿਹਾ। ਪਰ ਆਹ ਗੱਲ ਜੇਕਰ ਢੀਂਡਸਾ ਸਾਹਿਬ ਉਦੋਂ ਕਹਿੰਦੇ ਕਿ ਭਾਈ ਤੁਸੀਂ ਸਾਡੇ ਵਿੱਚ ਆਓ ਜਾਂ ਅਸੀਂ ਆਪਣਾ ਅਕਾਲੀ ਦਲ ਭੰਗ ਕਰਦੇ ਹਾਂ, ਪਰ ਤੁਹਾਨੂੰ ਕੋਰੇ ਚਿੱਟੇ ਹੋ ਕੇ ਨੰਗੇ ਹੋ ਕੇ ਇਹ ਕਹਿਣਾ ਪਵੇਗਾ ਕਿ ਸਾਡੀ ਭਾਜਪਾ ਦੇ ਨਾਲ ਭਵਿੱਖ ਵਿੱਚ ਕੋਈ ਸਾਂਝ ਨਹੀਂ ਰਹੇਗੀ। ਉਦੋਂ ਵੀ ਉਹ ਤਾਂ ਕਹਿੰਦੇ ਸੀ ਕਿ ਸਾਨੂੰ ਜੇਕਰ ਕਿਸੇ ਵੀ ਪਾਰਟੀ ਨਾਲ ਸਮਝੌਤਾ ਕਰਨਾ ਪਿਆ, ਭਾਜਪਾ ਨਾਲ ਵੀ ਕਹਿੰਦਾ ਸੀ ਉਹਨਾਂ ਨੇ ਤਾਂ ਕਿ ਅਸੀਂ ਸਮਝੌਤਾ ਕਰ ਸਕਦੇ ਹਾਂ ਢੀਂਡਸਿਆਂ ਨੇ। ਪਰ ਉਹਦੇ ਤੋਂ ਬਾਅਦ ਬ੍ਰਹਮਪੁਰਾ ਸਾਹਿਬ ਦਾ ਇਹ ਕਹਿਣਾ ਕਿ ਆਉਣ ਸਾਡੇ ਟਕਸਾਲੀ ਅਕਾਲੀ ਦਲ ਦਾ ਪ੍ਰਧਾਨ ਬਣਨ, ਇਹਦਾ ਮਤਲਬ ਗੱਲ ਕੋਈ ਵਿੱਚੋਂ ਹੋਰ ਹੈ। ਅਸਲ ਦੇ ਵਿੱਚ ਇਹ ਗੱਲ ਨਹੀਂ ਕਿ ਉਹਨਾਂ ਦੀ ਭਾਜਪਾ ਦੀ ਸਾਂਝ ਦੇ ਕਾਰਨ ਸੁਖਦੇਵ ਸਿੰਘ ਢੀਂਡਸਾ ਤੇ ਨਿਸ਼ਾਨੇ ਵਿੰਨ ਰਹੇ ਆ। ਪਹਿਲ ਖਬਰਾਂ ਤਾਂ ਇਹ ਵੀ ਆਉਣ ਲੱਗ ਪਈਆਂ ਸੀ ਕਿ ਸ਼ਾਇਦ ਸ਼ੇਖਮਾ ਸਾਹਿਬ ਤੇ ਉਹਨਾਂ ਦੇ ਹੋਰ ਜਿਹੜੇ ਬੰਦੇ ਸੀ ਉਹ ਢੀਂਡਸਾ ਸਾਹਿਬ ਨਾਲ ਆ ਕੇ ਰਲ ਗਏ। ਇਹ ਹੋ ਸਕਦਾ ਦੁਬਾਰਾ ਫੇਰ ਘਰ ਵਾਪਸੀ ਨਾ ਕਰ ਲੈਣ। ਪਰ ਉਸ ਖਬਰ ਤੇ ਉਹਨਾਂ ਨੇ ਕਿਹਾ ਸੀ ਕਿ ਨਹੀਂ, ਭਾਵੇਂ ਕੁਛ ਹੋ ਜੇ, ਮਰਦੇ ਦਮ ਤੱਕ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਹੋਂਦ ਬਰਕਰਾਰ ਰਹੇਗੀ। ਇਹ ਕਿੰਨੀ ਦੇਰ ਰਹਿੰਦੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਬੈਨੀਪਾਲ ਸਾਹਿਬ ਕਈ ਵਾਰੀ ਨਾ ਦੇਖੋ ਆਪਣੇ ਗੱਡੇ ਦਾ ਫਸਦੇ ਹੁੰਦੇ ਨੇ ਚੱਕਰ 'ਚ। ਹਾਂ, ਰਾਹ ਕੱਚੇ ਹੋਣੇ ਜੀ, ਲੀਹਾਂ ਪਈਆਂ ਹੋਣੀਆਂ, ਮੀਂਹ ਪੈ ਜਾਣਾ, ਚੀਕਣੀ ਮਿੱਟੀ ਹੋਣੀ ਤਾਂ ਗੱਡਾ ਫਸ ਜਾਣਾ ਜੀ। ਉਸ ਵੇਲੇ ਹੁੰਦਾ ਸੀ ਕਿ ਭਾਈ ਬੌਲਦ ਜਿਹੜਾ ਜਾਂ ਝੋਟਾ ਜਿਹੜਾ ਉਹ ਜ਼ੋਰ ਕਿੰਨਾ ਕਲਾਉਂਦਾ ਵੱਖਰੀ ਗੱਲ ਹੈ, 4-5 ਬੰਦਿਆਂ ਨੇ ਹਾਈਸ਼ਾ ਕਰਕੇ ਗੱਡਾ ਕੱਢਣਾ। ਹੁਣ ਇਹ ਪੰਜਾਬ ਦੀ ਸਿਆਸਤ ਦਾ ਗੱਡਾ ਚਿੱਕੜ 'ਚ ਫਸ ਗਿਆ ਤੇ ਫਸ ਵੀ ਡੂੰਘਾ ਗਿਆ। ਹੁਣ ਬਲਦ ਨੇ ਤਾਂ ਆਪਣੇ ਹਿਸਾਬ ਨਾਲ ਜ਼ੋਰ ਲਾਉਣਾ, ਬਾਕੀ ਜਿਹੜੇ 4-5 ਬੰਦੇ ਆ ਜੀ, ਜੇ ਤਾਂ ਸਾਰੇ ਮੋਹਰ ਨੂੰ ਜ਼ੋਰ ਲਾਉਣਗੇ, ਇੱਕ ਦੂਜੇ ਨੂੰ ਹੱਲਾਸ਼ੇਰੀ ਦੇ ਕੇ ਇੱਕੋ ਵੇਲੇ ਜ਼ੋਰ ਲਾਉਣਗੇ, ਗੱਡਾ ਨਿਕਲ ਸਕਦਾ। ਪਰ ਜੇ ਇੱਕ ਦੂਜੇ ਨੂੰ ਹੱਲਾਸ਼ੇਰੀ ਦਿੱਤੀ ਨਾ, ਪਹਿਲਾਂ ਉਹਨੇ ਜ਼ੋਰ ਲਾ ਲਿਆ, ਮੁੜ ਕੇ ਉਹਨੇ ਲਾ ਲਿਆ, ਤੀਜੇ ਨੇ ਲਾ ਲਿਆ, ਫਿਰ ਗੱਡਾ ਨਹੀਂ ਨਿਕਲਣਾ। ਇਹਦੇ ਨਾਲ ਜੇ ਇੱਕ ਮੋਹਰ ਨੂੰ ਜ਼ੋਰ ਲਾਉਂਦਾ, ਦੋ ਪਿੱਛੇ ਨੂੰ ਲਾਈ ਜਾਂਦੇ, ਗੱਡਾ ਫਿਰ ਵੀ ਨਹੀਂ ਨਿਕਲਣਾ। ਇਹ ਅਕਾਲੀ ਦਲ, ਭਾਜਪਾ ਤੇ ਕਾਂਗਰਸ ਵਿਰੋਧੀ ਜਿੰਨੀਆਂ ਧਿਰਾਂ ਨਾ, ਪਤਾ ਇਹਨਾਂ ਨੂੰ ਹੈਗਾ ਕਿ ਗੱਡਾ ਫਸਿਆ। ਇਹਨਾਂ ਨੂੰ ਇਹ ਵੀ ਪਤਾ ਕਿ ਗੱਡਾ ਪੰਜਾਬ ਦੀ ਸਿਆਸਤ ਦਾ ਡੂੰਘਾ ਫਸਿਆ ਤੇ ਚੱਕੜ 'ਚ ਫਸਿਆ। ਇਹ ਵੀ ਪਤਾ ਕਿ ਜਦੋਂ ਤੱਕ ਇਕੱਠੇ ਹੋ ਕੇ ਸਾਰੇ ਇਕਜੁੱਟ ਹੋ ਕੇ ਜ਼ੋਰ ਨਹੀਂ ਲਾਵਾਂਗੇ ਨਾ, ਗੱਡਾ ਨਿਕਲਣਾ ਨਹੀਂ। ਪਰ ਫਿਰ ਵੀ ਕੋਈ ਮੋਹਰ ਨੂੰ ਜ਼ੋਰ ਲਾਉਂਦਾ, ਕੋਈ ਪਿੱਛੇ ਨੂੰ ਲਾਉਂਦਾ, ਕੋਈ ਪਹਿਲਾਂ ਜ਼ੋਰ ਲਾਉਂਦਾ, ਕੋਈ ਬਾਅਦ ਵਿੱਚ ਲਾਉਂਦਾ। ਹੁਣ ਸੁਖਦੇਵ ਸਿੰਘ ਢੀਂਡਸਾ ਦੇ ਬਾਰੇ ਬ੍ਰਹਮਪੁਰਾ ਸਾਹਿਬ ਨੇ ਜੋ ਕੁਝ ਕਿਹਾ ਸੀ, ਨਹੀਂ ਕਿੰਨੇ ਗਲਤ ਕਿਹਾ। ਹੋ ਸਕਦਾ ਕਿ ਭਾਈ ਸਭ ਕੁਝ ਹੀ ਠੀਕ ਹੋਵੇ, ਕਿਉਂਕਿ ਜਦੋਂ ਉਹਨਾਂ ਨੂੰ ਅਵਾਰਡ ਵੂਡ ਜਿਹਾ ਮਿਲਿਆ ਸੀ, ਚਰਚੇ ਤਾਂ ਉਦੋਂ ਵੀ ਚੱਲੇ ਸੀ। ਪਰ ਬ੍ਰਹਮਪੁਰਾ ਸਾਹਿਬ ਜਦੋਂ ਇਹ ਕਹਿੰਦੇ ਹੁੰਦੇ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਚੰਗਾ ਬੰਦਾ ਬਈ, ਪਰਮਿੰਦਰ ਸਿੰਘ ਢੀਂਡਸੇ ਨੇ ਦੇਖੋ ਅਕਾਲੀ ਦਲ ਦੀ ਅਹੁਦੇਦਾਰੀਆਂ ਨੂੰ ਲੱਤ ਮਾਰਤੀ ਬਈ, ਉਦੋਂ ਪਰਮਿੰਦਰ ਸਿੰਘ ਢੀਂਡਸਾ ਚੰਗਾ ਸੀ। ਤੇ ਹੁਣ ਇਹ ਕਹੀ ਜਾਂਦੇ ਆ ਕਿ ਸੁਖਦੇਵ ਸਿੰਘ ਢੀਂਡਸੇ ਦਾ ਮੋਟਿਵ ਹੀ ਇੱਕ ਆ ਕਿ ਉਹਨੇ ਪਰਮਿੰਦਰ ਸਿੰਘ ਢੀਂਡਸੇ ਨੂੰ ਮੁੱਖ ਮੰਤਰੀ ਬਣਾਉਣਾ। ਹੁਣ ਜੇ 4 ਮਹੀਨੇ ਪਹਿਲਾਂ ਤੱਕ ਪਰਮਿੰਦਰ ਸਿੰਘ ਢੀਂਡਸਾ ਚੰਗਾ ਸੀ, ਸੁਖਦੇਵ ਸਿੰਘ ਢੀਂਡਸਾ ਵੀ ਚੰਗਾ ਸੀ, ਹੁਣ ਪਰਮਿੰਦਰ ਸਿੰਘ ਵੀ ਮਾੜਾ ਹੋ ਗਿਆ, ਸੁਖਦੇਵ ਸਿੰਘ ਵੀ ਮਾੜਾ ਹੋ ਗਿਆ, ਤੇ ਗੱਲ ਕੀ ਆ ਭਾਈ ਵਿੱਚੋਂ? ਅਜੇ ਤਾਂ ਕੱਲ ਤੱਕ ਆਪਾਂ ਸੌਹਾਂ ਸਾਂਝੀਆਂ ਖਾਂਦੇ ਫਿਰਦੇ ਸੀ ਸੇਖਵਾਂ ਸਾਹਿਬ ਤੇ ਅਜਨਾਲਾ ਸਾਹਿਬ ਦੇ ਨਾਲ ਵੀ। ਅਜਨਾਲਾ ਸਾਹਿਬ ਚੁੱਪ ਕਰਕੇ ਘਰੇ ਬਹਿ ਗਏ, ਸੇਖਵਾਂ ਸਾਹਿਬ ਦੂਜਿਆਂ ਦੇ ਨਾਲ ਚਲੇ ਗਏ, ਬ੍ਰਹਮਪੁਰਾ ਸਾਹਿਬ ਲੈ ਦੇ ਕੇ ਆਪਾਂ ਹੈਗੇ ਤਾਂ ਇਕੱਲੇ ਹੀ ਆ। ਚਲੋ ਇਹ ਹੁਣ ਪੰਜਾਬ ਦੇ ਲੋਕਾਂ ਨੇ ਨਿਬੇੜਾ ਕਰਨਾ ਕਿ ਗੱਲ ਕਿੱਧਰ ਹੈ। ਪਰ ਜਿਹੜਾ ਅਗਲਾ ਬਿਆਨ ਬ੍ਰਹਮਪੁਰਾ ਸਾਹਿਬ ਨੇ ਦਿੱਤਾ ਉਹ ਹੋਰ ਵੀ ਜ਼ਿਆਦਾ ਤੀਸਰੇ ਮੋਰਚੇ ਦੇ ਸਮਰਥਕਾਂ ਨੂੰ ਬੈਨੀਪਾਲ ਸਾਹਿਬ ਹਿਲਾਉਣ ਵਾਲਾ ਜੀ। ਉਹ ਕਹਿੰਦੇ ਜੀ ਗੱਲ ਸਾਡੀ ਆਮ ਆਦਮੀ ਪਾਰਟੀ ਨਾਲ ਵੀ ਚੱਲਦੀ ਹੈ, ਅਸੀਂ ਕੰਟੈਕਟ ਦੇ ਵਿੱਚ ਖਹਿਰਾ ਸਾਹਿਬ ਦੇ ਨਾਲ ਵੀ ਆ, ਸਿਮਰਜੀਤ ਸਿੰਘ ਬੈਂਸ ਵੀ ਸਾਡੇ ਤੋਂ ਭੱਜਿਆ ਨਹੀਂ, ਹੋਰ ਕਈ ਧਿਰਾਂ ਵੀ ਛੋਟੀਆਂ ਹੈਗੀਆਂ ਜਿਨ੍ਹਾਂ ਨਾਲ ਸਾਡੀ ਗੱਲਬਾਤ ਚੱਲਦੀ ਹੈ ਕਿ ਅਸੀਂ ਇਕੱਠੇ ਹੋ ਕੇ ਅੱਗੇ ਵਧੀਏ ਜੀ। ਹੁਣ ਦੇਖੋ ਪੰਜਾਬ ਦੀ ਸਿਆਸਤ ਵਿੱਚ ਬੜਾ ਕੰਮ ਸਿੱਧਾ,
ਕਾਂਗਰਸ ਪਾਰਟੀ ਨੂੰ ਪਤਾ ਕਿ 1.5 ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਸੀਂ ਲੜਨੀਆਂ, ਆਪੋ ਆਪਣੇ ਹਲਕੇ 'ਚ ਉਹਨਾਂ ਦੀ ਤਿਆਰੀ ਹੈ। ਉਹਨਾਂ ਨੇ ਪੰਜਾਬ 'ਚ ਕੰਮ ਘੱਟ ਕੀਤਾ, ਕੰਮ ਵੱਧ ਕੀਤਾ, ਪਰ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਹੜੇ ਮੁੱਦੇ ਲੈ ਕੇ ਪੰਜਾਬ ਦੇ ਲੋਕਾਂ 'ਚ ਜਾਣਾ ਹੈ। ਪਤਾ ਨਾ ਇਦਾਂ ਅਕਾਲੀ ਦਲ ਕੱਲਾ ਚੋਣ ਲੜਦਾ ਹੈ, ਬੀਜੇਪੀ ਨਾਲ ਲੜਦਾ ਹੈ। ਉਹਨਾਂ ਨੂੰ ਪਤਾ ਹੈ ਕਿ ਸਾਡਾ ਮੋਟਿਵ ਕੀ ਹੈ। ਯੂਥ ਅਕਾਲੀ ਦਲ ਉਹਨਾਂ ਨੇ ਸਰਗਰਮ ਕਰ ਲਿਆ, ਅਕਾਲੀ ਦਲ ਦੇ ਵੱਖ-ਵੱਖ ਵਿੰਗਾਂ ਦੇ ਵਿੱਚ ਅਹੁਦੇਦਾਰੀਆਂ ਦੇਤੀਆਂ, ਹਲਕਾ ਇੰਚਾਰਜ ਉਹਨਾਂ ਦੇ ਤਕਰੀਬਨ ਕਲੀਅਰ ਆ। ਉਹਨਾਂ ਨੇ ਆਪਣੇ ਪੱਧਰ ਤੇ ਸਰਗਰਮੀਆਂ ਕਰਤੀਆਂ। ਦੁਚਿੱਤੀ ਕਿੱਥੇ ਹੈ? ਦੁਚਿੱਤੀ ਸਾਰੀ ਤੀਸਰੇ ਮੋਰਚੇ 'ਚ ਹੈ। ਜੇ ਬ੍ਰਹਮਪੁਰਾ ਸਾਹਿਬ ਆਪ ਨਾਲ ਵੀ ਗੱਲਬਾਤ ਕਰਦੇ ਆ, ਖਹਿਰੇ ਨਾਲ ਵੀ ਗੱਲਬਾਤ ਕਰਦੇ ਆ, ਨਵਜੋਤ ਸਿੰਘ ਸਿੱਧੂ ਨੂੰ ਵੀ ਕਹਿੰਦੇ ਕਿ ਤੂੰ ਆ ਕੇ ਸਾਡੀ ਬਾਗਡੋਰੀ ਸਾਂਭ ਲਾ, ਨੰਗੇ ਪੈਰੀ ਆਵਾਂਗੇ, ਤੂੰ ਗੱਲ ਕਾਹਦੀ ਹੈ? ਇਹਦਾ ਮਤਲਬ ਹੈ ਕਿ ਤੀਸਰੇ ਮੋਰਚੇ ਵਾਲੀ ਕਿਸੇ ਵੀ ਧਿਰ ਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਅਸੀਂ ਕਿੱਧਰ ਨੂੰ ਤੁਰਨਾ। ਦੇਖੋ ਤਕਰੀਬਨ ਕਲੀਅਰ ਹੈ ਕਿ ਕਾਂਗਰਸ ਪਾਰਟੀ ਨੇ ਕੈਪਟਨ ਸਾਹਿਬ ਦੀ ਅਗਵਾਈ 'ਚ ਚੋਣ ਲੜਨੀ ਹੈ। ਸਾਫ਼ ਸਪਸ਼ਟ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਦੀ ਅਗਵਾਈ ਕਰਨਗੇ। ਪਰ ਤੀਸਰੇ ਮੋਰਚੇ ਦੀ ਵੱਡੀ ਧਿਰ ਹੈ ਆਮ ਆਦਮੀ ਪਾਰਟੀ। ਇਹ ਕਹਿੰਦੇ ਆ ਕਿ ਅਸੀਂ ਮੁੱਖ ਮੰਤਰੀ ਦਾ ਦਾਅਵੇਦਾਰ ਐਲਾਨਾਂਗੇ ਕੌਣ ਹੈ, ਪਰ ਅਜੇ ਤੱਕ ਪੰਜਾਬ ਦੇ ਲੋਕਾਂ ਨੂੰ ਪਤਾ ਤਾਂ ਨਹੀਂ। ਇਹ ਕਹਿੰਦੇ ਆ ਕਿ ਵੱਖ-ਵੱਖ ਪਾਰਟੀਆਂ ਦੇ ਚੰਗੇ ਲੀਡਰਾਂ ਦਾ ਸਵਾਗਤ ਹੈ, ਪਰ ਅਜੇ ਤੱਕ ਪਤਾ ਨਹੀਂ ਕਿ ਕਿਹੜੇ-ਕਿਹੜੇ ਲੀਡਰ ਨੇ। ਇਹ ਕਹਿੰਦੇ ਆ ਕਿ ਅਸੀਂ ਨਵੇਂ ਬੰਦਿਆਂ ਨੂੰ ਮੌਕਾ ਦੇਣਾ, ਪਰ ਬਹੁਤੇ ਹਲਕਿਆਂ 'ਚ ਜੇ ਪਤਾ ਤਾਂ ਨਹੀਂ ਕਿ ਕਿਹਨੂੰ ਮੌਕਾ ਦੇਣਾ। ਜਾਨੀ ਕਹਿਣ ਦਾ ਭਾਵ ਹੈ ਕਿ ਕੰਮ ਬਹੁਤ ਦੁਚਿੱਤੀ 'ਚ ਹੈ। ਜੇ ਆਮ ਆਦਮੀ ਪਾਰਟੀ ਦੇ ਹਾਲਾਤ ਆਹੀ ਰਹਿੰਦੇ ਆ, ਇਹਦਾ ਮਤਲਬ ਹੈ ਕਿ ਲੋਕਾਂ ਦੇ ਵਿੱਚ ਬੜੀ ਦੇਰ ਤੱਕ ਦੁਚਿੱਤੀ ਰਹੂਗੀ। ਦੂਸਰੇ ਪਾਸੇ ਜੇ ਅਜੇ ਤੱਕ ਸਿਮਰਜੀਤ ਸਿੰਘ ਬੈਂਸ ਹੋਰਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਕਿਹਨਾਂ ਦੇ ਨਾਲ ਜਾਣਾ ਹੈ, ਜੇ ਅਜੇ ਤੱਕ ਸੁਖਪਾਲ ਸਿੰਘ ਖਹਿਰਾ ਨੂੰ ਵੀ ਨਹੀਂ ਪਤਾ ਅਸੀਂ ਕਿੱਧਰ ਨੂੰ ਜਾਣਾ ਹੈ, ਜੇ ਨਵਜੋਤ ਸਿੰਘ ਸਿੱਧੂ ਵੀ ਬੈਨੀਪਾਲ ਸਾਹਿਬ ਅਜੇ ਤੱਕ ਸਰਗਰਮ ਨਹੀਂ ਹੈਗੇ, ਇਹ ਨਹੀਂ ਪਤਾ ਕਿ ਉਹਨਾਂ ਨੇ ਬ੍ਰਹਮਪੁਰਾ ਸਾਹਿਬ ਵੱਲ ਜਾਣਾ ਹੈ, ਕਾਂਗਰਸ ਦੇ ਵਿੱਚ ਸਰਗਰਮ ਰਹਿਣਾ, ਜੇ ਰਹਿਣਾ ਤਾਂ ਕਿਸ ਪੋਜੀਸ਼ਨ ਤੇ ਰਹਿਣਾ ਹੈ, ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਕਿ ਨਹੀਂ ਜਾਣਾ, ਭਾਰਤੀ ਜਨਤਾ ਪਾਰਟੀ ਦਾ ਕੀ ਰਹੂਗਾ। ਇਹਦਾ ਮਤਲਬ ਹੈ ਕਿ ਜਿਹੜੇ ਲੋਕ ਕਹਿੰਦੇ ਆ ਕਿ ਭਾਈ ਦੋਵਾਂ ਵੱਡੀਆਂ ਪਾਰਟੀਆਂ ਨੇ ਕੱਖ ਨਹੀਂ ਕੀਤਾ, ਤੀਸਰਾ ਮੋਰਚਾ ਆਇਆ ਖੜਾ, ਆ ਸਕਦਾ, ਅਸੀਂ ਇਨਕਾਰ ਥੋੜੀ ਕਰਦੇ ਆਂ, ਪਰ ਮੂੰਹ ਮਹਾਂਦਰਾ ਤਾਂ ਬਣੇ, ਦਿਨ ਥੋੜੇ ਰਹੀ ਜਾਂਦੇ ਆ। ਪੰਜਾਬ ਵੱਡਾ, ਇਕੱਲੇ ਪਿੰਡ ਤੱਕ ਅਪੜਿਆ ਨਹੀਂ ਜਾਣਾ। ਬਾਠ ਸਾਹਿਬ ਇਹਦੇ 'ਚ ਇੱਕ ਹੋਰ ਗੱਲ ਬੜੀ ਅਹਿਮ ਹੈ। ਆਮ ਤੌਰ ਤੇ ਆਪਾਂ ਕਹਾਵਤ ਸੁਣਦੇ ਆ ਕਿ ਡੁੱਬੀ ਤਾਂ ਜੇ ਸਾਹ ਨਾ ਆਇਆ। ਤੀਸਰਾ ਮੋਰਚਾ ਲਗਭਗ ਹਰ ਇੱਕ ਚੋਣਾਂ ਤੋਂ ਪਹਿਲਾਂ ਬਣਾਇਆ ਜਾਂਦਾ ਹੈ। ਅਸਲ ਦੇ ਵਿੱਚ ਬਣੇ ਹੋਏ ਦਾ ਵੀ ਕੋਈ ਮੂੰਹ ਮਹਾਂਦਰਾ ਨਹੀਂ ਹੁੰਦਾ। ਕਈ ਲੋਕਾਂ ਨੂੰ ਤਾਂ ਇੱਥੋਂ ਤੱਕ ਖਾਦਸ਼ਾ ਹੁੰਦਾ ਕਿ ਇਹ ਚੋਣਾਂ ਤੱਕ ਇਕੱਠੇ ਰਹਿ ਲੈਣਗੇ, ਜੇ ਚੋਣਾਂ ਦੇ ਵਿੱਚ ਇਹਨਾਂ ਨੂੰ ਵੋਟਾਂ ਪਾ ਕੇ ਜਿਤਾ ਦਿੱਤਾ ਕੀ ਫਿਰ ਇਹ ਇਕੱਠੇ ਰਹਿ ਲੈਣਗੇ। ਅਸਲ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਅਕਾਲੀ ਤੇ ਭਾਜਪਾ ਵਾਲਿਆਂ ਦੀ ਵੀ ਜਿਹੜੀ ਸਾਂਝ ਆਮ ਤੌਰ ਤੇ ਲੋਕਾਂ ਦੇ ਦਿਮਾਗ 'ਚ ਇੱਕੋ ਹੀ ਗੱਲ ਹੁੰਦੀ ਹੈ ਕਿ ਯਾਰ ਇਹਨਾਂ ਦੇ ਏਜੰਡੇ ਵੱਖੋ ਵੱਖਰੇ ਹੈ, ਪਾਰਟੀਆਂ ਦਾ ਕੰਮ ਕਰਨ ਦਾ ਢੰਗ ਵੱਖੋ ਵੱਖਰਾ ਹੈ, ਪਰ ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਭਾਵੇਂ ਔਖੇ ਰਹਿਣ ਭਾਵੇਂ ਸੌਖੇ ਹੋਣ, ਬੀਤੇ ਕਈ ਵਰ੍ਹਿਆਂ ਤੋਂ ਲਗਾਤਾਰ ਨਿਭਾਉਂਦੇ ਆ ਰਹੇ ਹੈ। ਕਨਸੂਆਂ ਵੀ ਮਿਲਦੀਆਂ ਰਹਿੰਦੀਆਂ ਨੇ, ਕਈ ਤੋੜ ਵਿਛੋੜਾ ਕਰਨ ਨੂੰ ਫਿਰਦੇ ਆ, ਪਰ ਹਾਲ ਦੀ ਘੜੀ ਤੱਕ ਹੁਣ ਤੱਕ ਇਸ ਵੇਲੇ ਤੱਕ ਨਿਭਦੀ ਆ ਰਹੀ ਹੈ। ਔਖੀ ਨਿਭ ਰਹੀ ਹੈ, ਸੌਖੀ ਨਿਭ ਰਹੀ ਹੈ। ਪਰ ਹੁਣ ਜਦੋਂ ਦੂਸਰੇ ਪਾਸੇ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਭਾਵੇਂ ਆਮ ਆਦਮੀ ਪਾਰਟੀ ਆ, ਟਕਸਾਲੀ ਨੇ, ਭਾਵੇਂ ਬੈਂਸ ਨੇ, ਭਾਵੇਂ ਖਹਿਰਾ ਹੈ, ਤੇ ਸਾਰਿਆਂ ਦਾ ਇਹ ਨਹੀਂ ਪਤਾ ਕਿ ਮਿਲਗੋਭਾ ਜਿਹਾ ਹੋ ਕੇ ਇਕੱਠੇ ਹੋਣਗੇ। ਜੇ ਕੀ ਹੋਣਗੇ, ਪਿਛਲੀਆਂ ਚੋਣਾਂ ਵੇਲੇ ਵੀ ਸਾਰਿਆਂ ਨੇ ਇੱਕ ਮੋਰਚਾ ਬਣਾ ਲਿਆ, ਕਿਸੇ ਨੇ ਗਾਂਧੀ ਸਾਹਿਬ ਨੇ ਆਪਣਾ ਫਰੰਟ ਬਣਾ ਲਿਆ, ਖਹਿਰਾ ਸਾਹਿਬ ਨੇ ਆਪਣੀ ਪਾਰਟੀ ਬਣਾ ਲਈ, ਬੈਂਸਾਂ ਨੇ ਆਪਣਾ ਬਣਾ ਲਿਆ, ਟਕਸਾਲੀ ਵੱਖਰੇ ਹੋ ਗਏ। ਆਖਰ ਤੱਕ ਉਮੀਦਵਾਰਾਂ ਨੂੰ ਲੈ ਕੇ ਵੀ ਰੇੜਕਾ ਪੈਂਦਾ ਰਿਹਾ, ਕਦੇ ਕੋਈ ਬਿਠਾ ਲੈਂਦਾ ਸੀ, ਕਦੇ ਕੋਈ ਕਿਸੇ ਨੂੰ ਖੜਾ ਕਰ ਲੈਂਦਾ ਸੀ। ਇਹਦਾ ਮਤਲਬ ਇਹਨਾਂ ਨੂੰ ਇਸ ਗੱਲ ਦਾ ਪਤਾ ਹੋਣ ਦੇ ਬਾਵਜੂਦ ਕਿ ਜੇਕਰ ਆ ਵੱਡੀਆਂ ਦੋ ਧਿਰਾਂ ਨੂੰ ਅਸੀਂ ਘੇਰਨਾ ਚਾਹੁੰਦੇ ਹਾਂ ਜਾਂ ਇਹਨਾਂ ਨੂੰ ਮਾਤ ਦੇਣੀ ਚਾਹੁੰਦੇ ਹਾਂ, ਤਾਂ ਸਾਡੇ ਕੋਲ ਇੱਕੋ ਹੀ ਬਦਲਾ ਹੈ ਕਿ ਸਾਰੀਆਂ ਅਸੀਂ ਆਪਣੀਆਂ ਜਿਹੜੀਆਂ ਵਿਚਾਲੇ ਵੱਟਾਂ ਵਾਹੀਆਂ ਹੋਈਆਂ ਨੇ ਉਹਨਾਂ ਨੂੰ ਐਨ ਪੱਧਰੀਆਂ ਕਰਕੇ ਇਕੱਠੇ ਹੋਈਏ। ਮੈਨੂੰ ਲੱਗਦਾ ਕਿ ਇਹ ਮਾਦਾ ਇਹਨਾਂ ਵਿੱਚ ਹੈ ਨਹੀਂ। ਹਾਰ ਮਨਜ਼ੂਰ ਹੈ, ਕੁਝ ਨਾ ਮਿਲਣਾ ਮਨਜ਼ੂਰ ਹੈ, ਪਰ ਆਪਣੀਆਂ ਸ਼ਰਤਾਂ ਤੋਂ ਟਸ ਤੋਂ ਮਸ ਨਹੀਂ ਹੁੰਦੇ। ਮੈਨੂੰ ਲੱਗਦਾ ਕਿ ਇੱਕ ਵਾਰੀ ਇਹ ਸਾਂਝੇ ਮੋਰਚੇ ਦੀਆਂ ਗੱਲਾਂ ਫੇਰ ਜ਼ਰੂਰ ਚੱਲਣਗੀਆਂ, ਪਰ ਲੋਕਾਂ ਦੇ ਮਨਾਂ ਵਿੱਚ ਉਹੀ ਦੁਬਿਧਾ, ਉਹੀ ਦੁਚਿੱਤੀ ਰਹਿਣੀ ਹੈ ਕਿ ਕੀ ਇਹ ਕਿਸੇ ਇੱਕ ਮੁੱਦੇ ਤੇ ਵੀ ਇਕੱਠੇ ਹੋ ਸਕਦੇ ਆ। ਜੇਕਰ ਇਹ ਦੁਬਿਧਾ ਲੋਕਾਂ 'ਚੋਂ ਦੂਰ ਨਹੀਂ ਕਰ ਸਕਦੇ ਜਾਂ ਨਾ ਕਰ ਸਕੇ, ਫਿਰ ਮੈਨੂੰ ਲੱਗਦਾ ਚਾਹੇ ਮੋਰਚਾ ਬਣਾਉਣ ਨਾ ਬਣਾਉਣ, ਅਕਾਲੀ ਭਾਜਪਾ ਜੇ ਇਕੱਠੇ ਰਹਿੰਦੇ ਨੇ ਤਾਂ ਉਹਨਾਂ ਨੂੰ, ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਨੂੰ ਇਹਨਾਂ ਗੱਲਾਂ ਦਾ ਉਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਵੱਡਾ ਫਰਕ ਕੋਈ ਪੈਣ ਵਾਲਾ ਨਹੀਂ, ਤੇ ਉਹਨਾਂ ਦੇ ਹੱਕ ਵਿੱਚ ਭੁਗਤੂ ਇਹ ਗੱਲ। ਬੈਨੀਪਾਲ ਸਾਹਿਬ, ਰੋਟੀ ਦਾ ਸੰਬੰਧ ਆਟੇ ਨਾਲ, ਆਟੇ ਦਾ ਕਣਕ ਦੇ ਦਾਣੇ ਨਾਲ, ਤੇ ਕਣਕ ਦੇ ਦਾਣਿਆਂ ਦਾ ਸੰਬੰਧ ਖੇਤੀਬਾੜੀ ਨਾਲ, ਖੇਤ 'ਚ ਕੀ ਕੁਝ ਹੁੰਦਾ ਉਹਦੇ ਨਾਲ। ਇੱਦਾਂ ਹੀ ਤੀਸਰੇ ਮੋਰਚੇ ਦਾ ਸੰਬੰਧ ਪੰਜਾਬ ਦੀਆਂ ਚੋਣਾਂ ਦੇ ਨਾਲ, ਤੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਪੈਣੀਆਂ ਵੋਟਾਂ, ਤੇ ਵੋਟਾਂ ਪਾਉਣੀਆਂ ਲੋਕਾਂ ਨੇ, ਤੇ ਲੋਕਾਂ ਨੇ ਜੇ ਜਾਗਰੂਕ ਹੋਏ ਤਾਂ ਵੋਟਾਂ ਹੋਰ ਤਰੀਕੇ ਪਾਉਣੀਆਂ। ਜਾਣੀ ਕਿ ਜਾਗਰੂਕ ਕਾਹਦੇ ਨਾਲ ਹੋਣਾ? ਐਜੂਕੇਸ਼ਨ। ਹੁਣ ਪੜ੍ਹਾਈ, ਐਜੂਕੇਸ਼ਨ ਭਾਰਤ ਸਰਕਾਰ ਨੇ ਪਾਲਿਸੀ ਦੇ ਵਿੱਚ ਤਬਦੀਲੀ ਕੀਤੀ ਹੈ, ਵੱਡੀ ਤਬਦੀਲੀ ਹੈ। ਹੁਣ ਦੇਖੋ, ਚਾਹੇ ਕੋਈ ਛੋਟਾ ਬੰਦਾ ਹੈ, ਚਾਹੇ ਕੋਈ ਵੱਡਾ ਬੰਦਾ ਹੈ, ਚਾਹੇ ਸਿੱਖਿਆ ਪ੍ਰਾਈਵੇਟ ਹੈ ਤੇ ਚਾਹੇ ਸਰਕਾਰੀ ਹੈ, ਸਾਰੀ ਸਰਕਾਰ ਦੀ ਬਣੀ ਹੋਈ ਨੀਤੀ ਦੇ ਮੁਤਾਬਕ ਚੱਲਣੀ ਹੈ। ਹੁਣ
ਕੇਂਦਰ ਸਰਕਾਰ ਜਿਹੜੀ ਨਰਿੰਦਰ ਦਮੋਦਰ ਦਾਸ ਮੋਦੀ ਸਾਹਿਬ ਦੀ ਅਗਵਾਈ ਵਾਲੀ ਹੈ ਜੀ, ਉਹਨਾਂ ਨੇ ਨਵੀਂ ਐਜੂਕੇਸ਼ਨ ਪਾਲਿਸੀ ਨੂੰ ਪ੍ਰਵਾਨਗੀ ਦੇ ਦਿੱਤੀ, ਪਰ ਦਿੱਤੀ ਹੈ ਆਪਣੇ ਮੰਤਰੀ ਮੰਡਲ ਦੇ ਵਿੱਚ। ਜੀ, ਹੁਣ 1992 ਤੋਂ ਬਾਅਦ ਫਿਰ ਅੱਗੇ ਜਾ ਕੇ ਕੰਮ ਜਿਹੜਾ ਹੁਣ ਤਬਦੀਲ ਹੋਇਆ, ਜਾਣੀ ਕਿ 1992 ਤੋਂ ਬਾਅਦ ਦੀਆਂ ਗੱਲ ਮਾੜੀਆਂ ਮੋਟੀਆਂ ਤਬਦੀਲੀਆਂ ਹੁੰਦੀਆਂ ਆਈਆਂ, ਪਰ ਬਹੁਤੀ ਕਦੇ ਕੋਠਾਰੀ ਕਮਿਸ਼ਨ ਦੀਆਂ ਗੱਲਾਂ ਚੱਲਦੀਆਂ ਸੀ ਕਿ ਐਜੂਕੇਸ਼ਨ ਦੇ ਵਿੱਚ ਕੀ ਸੁਧਾਰ ਹੋਣੇ ਚਾਹੀਦੇ, ਸਮੇਂ ਦੇ ਮੁਤਾਬਕ ਲੋੜੀਂਦੇ ਨੇ। ਪਰ ਹੁਣ 2-3 ਵੱਡੀਆਂ ਗੱਲਾਂ ਇਹ ਆਪਾਂ ਦਰਸ਼ਕਾਂ ਤੋਂ ਵੀ ਪੁੱਛ ਲੈਂਦੇ ਆ ਕਿ ਜਿਹੜੀ ਭਾਰਤ ਦੀ ਸਿੱਖਿਆ ਨੀਤੀ ਹੈ, ਜੀ, ਜੀ, ਉਸ ਸਿੱਖਿਆ ਨੀਤੀ ਦੇ ਵਿੱਚ ਆ ਜਿਹੜੀਆਂ ਤਬਦੀਲੀਆਂ ਸਾਡੀ ਕੇਂਦਰ ਦੀ ਸਰਕਾਰ ਨੇ ਕੀਤੀਆਂ, ਚੰਗੀਆਂ ਕੀਤੀਆਂ, ਆਪਾਂ ਨਹੀਂ ਕਹਿੰਦੇ ਮਾੜੀਆਂ ਕੀਤੀਆਂ, ਆਪਾਂ ਨਹੀਂ ਕਹਿੰਦੇ, ਇਹ ਦਰਸ਼ਕ ਦੱਸਣ ਕਿ ਕੀ ਲੱਗਦਾ ਹੈ ਜੀ, ਕਿ ਜੋ ਵਿਗਾੜ ਨੇ, ਜੋ ਸਮੱਸਿਆਵਾਂ ਨੇ, ਕੀ ਕੇਂਦਰ ਸਰਕਾਰ ਦੁਆਰਾ ਕੀਤੀਆਂ ਗਈਆਂ ਤਬਦੀਲੀਆਂ ਦੇ ਨਾਲ ਉਹ ਕਮਜ਼ੋਰੀਆਂ ਦੂਰ ਹੋਣਗੀਆਂ। ਹੁਣ ਪਹਿਲੀ ਗੱਲ, ਉਹ ਕਹਿੰਦੇ ਜੀ ਇੱਕ ਪੱਧਰ ਦੇ ਉੱਤੇ ਇੱਕੋ ਹੈੱਡ ਹੋਊਗਾ, ਫੈਸਲਾ ਐਜੂਕੇਸ਼ਨ ਪਾਲਿਸੀ ਦੇ ਉੱਤੇ ਉਹਦਾ ਲਾਗੂ ਹੋਊਗਾ, ਕੋਈ ਗੱਲ ਨਹੀਂ। ਫਿਰ ਦੂਸਰੀ ਗੱਲ ਕਹਿੰਦੇ ਕਿ ਐਮਫਿਲ ਖਤਮ ਹੋ ਜੂਗੀ, ਐਮਫਿਲ ਦਾ ਕੋਰਸ ਨਹੀਂ ਕੋਈ ਹੋਊਗਾ, ਐਮਏ ਹੋਊਗੀ, ਪੀਐਚਡੀ ਹੋਊ, ਸਭ ਕੁਝ ਹੋਊ, ਐਮਫਿਲ ਦਾ ਕੋਈ ਫਾਇਦਾ ਨਹੀਂ, ਆਪਾਂ ਉਹਨੂੰ ਖਤਮ ਕਰ ਦੇਣਾ ਹੈ। ਜੀ, ਜੀ, ਤੇ ਨਾਲ ਦੀ ਨਾਲ ਹੁਣ ਮੈਂ ਸੋਚਦਾ ਸੀ ਖਤਮ ਕਰ ਦੇਣਾ, ਮੈਂ ਚੁੱਪ ਤਾਂ ਕੀਤਾ ਕਿ ਜੇ ਖਤਮ ਕਰ ਦੇਣਾ ਤਾਂ ਫਿਰ ਲਾਉਣਾ ਕੀ ਹੈ। ਜੀ, ਜੀ, ਇਹਦੇ ਨਾਲ ਬੈਨੀਪਾਲ ਸਾਹਿਬ ਜੇ ਐਮਫਿਲ ਖਤਮ ਕਰ ਦੇਣੀ ਆ, ਦੂਸਰੀ ਗੱਲ ਕਹਿੰਦੇ 5ਵੀਂ ਜਮਾਤ ਤੱਕ ਮਾਂ ਬੋਲੀ ਨੂੰ ਤਰਜੀਹ ਦੇਣੀ ਆ, ਕਮਾਲ। ਇਹ ਤਾਂ ਲੋੜੀਂਦੀ ਚੀਜ਼ ਹੈ, ਇਹ ਤਾਂ ਚਾਹੀਦੀ ਹੈ, ਵਧੀਆ ਗੱਲ ਹੈ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਹੁਣ ਨਾ ਅਸੀਂ ਇਹਨੂੰ ਤਕਨੀਕ ਨਾਲ ਜੋੜਨਾ ਹੈ, ਸਿੱਖਿਆ ਨੂੰ ਕਿੱਤਾ ਮੁਖੀ ਕਰਨਾ ਹੈ। ਇਹ ਵੀ ਕਹਿ ਦਿੱਤਾ ਕਿ ਇੰਨੀਆਂ ਸੀਟਾਂ ਅਸੀਂ ਸਾਰੇ ਦੇਸ਼ ਦੇ ਵਿੱਚ ਵਧਾਉਣੀਆਂ। ਬੈਨੀਪਾਲ ਸਾਹਿਬ ਸਾਰੀਆਂ ਗੱਲਾਂ ਚੰਗੀਆਂ, ਐਮਫਿਲ ਦੀ ਜਗ੍ਹਾ ਦੇ ਉੱਤੇ ਬਾਕੀ ਕੰਮ ਕਰ ਲਓ, ਕੋਈ ਗੱਲ ਨਹੀਂ, ਟੈਕਨੀਕਲ ਕੋਰਸ ਸ਼ੁਰੂ ਕਰ ਲਓ, ਵਧੀਆ ਗੱਲ ਹੈ, ਲੋਕਾਂ ਨੂੰ ਹੁਨਰਮੰਦ ਬਣਾਓ, ਪ੍ਰੈਕਟੀਕਲ ਐਜੂਕੇਸ਼ਨ ਸ਼ੁਰੂ ਕਰੋ, ਵਧੀਆ ਗੱਲ ਹੈ। ਪਰ ਇੱਥੇ 1-2 ਚੀਜ਼ਾਂ ਹੈਗੀਆਂ ਜੀ, ਉਹ ਬੈਨੀਪਾਲ ਸਾਹਿਬ ਕੀ ਹੈ ਕਿ ਬੱਚਾ ਯੂਨੀਵਰਸਿਟੀ ਤੇ ਤਾਂ ਜਾਊਗਾ ਜੇ ਉਹ ਕਾਲਜ ਪਾਸ ਕਰੂਗਾ, ਸਕੂਲ ਹਾਈ ਸਕੂਲ ਪਾਸ ਕਰੂਗਾ, ਮਿਡਲ ਸਕੂਲ ਪਾਸ ਕਰੂਗਾ, ਪ੍ਰਾਇਮਰੀ ਪਾਸ ਕਰੂਗਾ, ਤਾਂ ਬੇਸ ਕਿੱਦਾਂ ਦਾ, ਅੱਗੇ ਜਾ ਕੇ ਰਿਸਰਚ ਤਾਂ ਉਹ ਫਿਰ ਕਰੂਗਾ ਨਾ। ਜੀ, ਹੁਣ ਭਾਰਤ ਦਾ ਕੋਈ ਸੂਬਾ ਐਸਾ ਨਹੀਂ, ਸਮੇਤ ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੰਮ ਬਹੁਤ ਥੋੜਾ ਘੱਟ ਹੈ, ਪਰ ਬਾਕੀ ਕਈ ਸੂਬਿਆਂ 'ਚ ਬਹੁਤ ਹੈ, ਸਮੇਤ ਪੰਜਾਬ। ਕੋਈ ਸੂਬਾ ਭਾਰਤ ਦਾ ਐਸਾ ਨਹੀਂ ਜਿੱਥੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਨਾ ਹੋਣ। ਮੈਂ ਤਾਂ ਸੋਚ ਰਿਹਾ ਸੀ ਕਿ ਆ ਜਿਹੜੀ ਐਜੂਕੇਸ਼ਨ ਪਾਲਿਸੀ ਦੇ ਵਿੱਚ ਤਬਦੀਲੀਆਂ ਕੀਤੀਆਂ, ਕਈ ਤਬਦੀਲੀਆਂ ਠੀਕ ਨੇ, ਪਰ ਜਿਹੜੀ ਗੱਲ ਵਿੱਚ ਜ਼ਰੂਰੀ ਚਾਹੀਦੀ ਸੀ ਕਿ ਅਸੀਂ ਮੁੱਢਲੀ ਪੱਧਰ ਤੇ ਜਿਹੜੀ ਐਜੂਕੇਸ਼ਨ ਆ ਉਹਨੂੰ ਮਜ਼ਬੂਤ ਕਰਨਾ ਹੈ, ਠੀਕ ਹੈ। ਇਹ ਗੱਲ ਆਖ ਦਿੱਤੀ ਗਈ ਹੈ ਕਿ 4% ਨਹੀਂ, ਹੁਣ ਤਾਂ 6% ਬਜਟ ਅਸੀਂ ਐਜੂਕੇਸ਼ਨ ਤੇ ਖਰਚਣਾ, ਬਹੁਤ ਵਧੀਆ ਗੱਲ ਹੈ, ਚੰਗੀ ਗੱਲ ਹੈ। ਪਰ ਜੇ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਦੇ ਬੈਠਣ ਲਈ ਬੈਂਚ ਨਹੀਂ ਹੋਣਗੇ, ਜੇ ਪ੍ਰਾਇਮਰੀ ਸਕੂਲ ਦੀਆਂ ਕੰਧਾਂ ਦੇ ਉੱਤੇ ਬੱਚੇ ਦੇ ਵਾਤਾਵਰਣ ਜਿਹੜਾ ਬਣਾਉਣਾ ਸਿੱਖਣ ਦੇ ਲਈ, ਪੜ੍ਹਾਉਣ ਦੇ ਲਈ, ਜੇ ਉਹ ਚੰਗਾ ਹੀ ਨਹੀਂ ਹੋਊਗਾ, ਜੇ ਸਾਨੂੰ ਉੱਥੇ ਮੁੱਢਲੀਆਂ ਸਹੂਲਤਾਂ ਮਿਲਣਗੀਆਂ ਹੀ ਨਹੀਂ, ਜੇ ਬੱਚਿਆਂ ਦੇ ਕਮਰੇ ਜਿਹੜੇ ਚੋਂਦੇ ਹੋਣਗੇ, ਜੇ ਬੱਚੇ ਨੂੰ ਉੱਥੇ ਚੰਗੇ ਤਰੀਕੇ ਪੜ੍ਹਾਇਆ ਨਹੀਂ ਜਾਊਗਾ, ਉਹ ਮਿਡਲ ਸਕੂਲ ਤੱਕ ਕਿਵੇਂ ਪਹੁੰਚੂ, ਉਹ ਹਾਈ ਸਕੂਲ ਤੱਕ ਕਿਵੇਂ ਪਹੁੰਚੂ, ਸੈਕੰਡਰੀ ਸਕੂਲ ਤੱਕ, ਕਾਲਜ ਤੱਕ, ਯੂਨੀਵਰਸਿਟੀ ਤੱਕ ਪਹੁੰਚ ਕਿੱਦਾਂ ਜਾਊ। ਇਸ ਕਰਕੇ ਠੀਕ ਹੈ, ਤਬਦੀਲੀ ਕਰਨੀ ਸੀ ਕਰ ਦਿੱਤੀ, ਪਰ ਆ ਜਿਹੜਾ ਇੱਕ ਕੇਂਦਰੀਕਰਨ ਜਿਹਾ ਕਰੀ ਜਾਂਦੇ ਆ ਤੇ ਮੁੱਢਲੇ ਪੱਧਰ ਤੇ ਜਿੱਥੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਸਰਕਾਰ ਦੀ ਐਜੂਕੇਸ਼ਨ ਪਾਲਿਸੀ ਦੇ ਵਿੱਚ ਵੱਡੀਆਂ ਤਬਦੀਲੀਆਂ ਦੀ ਲੋੜ ਸੀ, ਉੱਥੇ ਜਿਹੜੇ ਬੁੱਲ ਸੀਤੇ ਹੋਏ ਨਾ, ਉਹ ਸਵਾਲ ਖੜੇ ਕਰਦੇ ਆ। ਮਾਨ ਸਾਹਿਬ, ਇਹਦੇ ਵਿੱਚ ਦੇਖੋ ਇੱਕ ਸਰਕਾਰ ਨੇ ਕਿਉਂ ਸੋਚਿਆ, ਕਿਉਂ ਨਹੀਂ ਸੋਚਿਆ, ਇਹ ਤਾਂ ਸਰਕਾਰ ਨੂੰ ਪਤਾ ਜਾਂ ਨੀਤੀ ਘਾੜਿਆਂ ਨੂੰ ਪਤਾ। ਦਰਅਸਲ ਜਿਹੜੀ ਪਾਲਿਸੀ ਚੱਲ ਰਹੀ ਸੀ ਲਗਭਗ ਬੀਤੇ 34 ਵਰ੍ਹਿਆਂ ਤੋਂ ਚੱਲਦੀ ਆ ਰਹੀ ਸੀ। 1986 ਦੇ ਵਿੱਚ ਜਦੋਂ ਰਾਜੀਵ ਗਾਂਧੀ ਦੀ ਸਰਕਾਰ ਸੀ ਨਾ, ਇਹ ਉਸ ਵਕਤ ਦੀ ਪਾਲਿਸੀ ਅਤੇ 92 ਦੇ ਵਿੱਚ ਥੋੜੀ ਜਿਹੀ ਇਹਦੇ ਵਿੱਚ ਤਬਦੀਲੀ ਕਰ ਦਿੱਤੀ ਸੀ। ਪਰ ਉਹਦੇ ਤੋਂ ਬਾਅਦ ਹੁਣ ਜਿਹੜੀ ਵੱਡੀ ਫੇਰ ਬਦਲ ਕੀਤਾ ਗਿਆ ਐਜੂਕੇਸ਼ਨ ਪਾਲਿਸੀ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ 5ਵੀਂ ਤੱਕ ਲਾਜ਼ਮੀ ਤੌਰ ਤੇ ਇਹ ਦੇਖਿਆ ਜਾਏਗਾ ਕਿ ਜਿਹੜੀ ਸਥਾਨਕ ਬੋਲੀ ਹੈ ਜਾਂ ਮਾਂ ਬੋਲੀ ਉਹਨੂੰ ਤਰਜੀਹ ਦਿੱਤੀ ਜਾਵੇ। 6ਵੀਂ ਜਮਾਤ ਤੋਂ ਵੋਕੇਸ਼ਨਲ ਲੈਂਗੁਏਜ, ਜਿਸ ਦਾ ਤੁਸੀਂ ਜ਼ਿਕਰ ਕੀਤਾ ਕਿ ਕਿੱਤਾ ਮੁਖੀ ਕੋਰਸ ਜ਼ਰੂਰ ਪੜ੍ਹਾਏ ਜਾਣ, ਇਹ ਵੀ ਗੱਲ ਚੰਗੀ। ਆਮ ਤੌਰ ਤੇ ਆਪਾਂ ਕਹਿੰਦੇ ਹੁੰਦੇ ਹਾਂ ਕਿ ਜਿਹੜੀ ਸਾਡੇ ਐਜੂਕੇਸ਼ਨ ਕੰਮ ਹੀ ਨਹੀਂ ਆਉਣੀ, ਸਾਨੂੰ ਉਹੀ ਪੜ੍ਹਾਈ ਜਾ ਰਹੇ ਨੇ। ਇੱਕ ਜਿਹੜੀ ਹੋਰ ਇੱਕ ਵਧੀਆ ਚੀਜ਼ ਕੀਤੀ ਆ, ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਯੂਨੀਵਰਸਿਟੀ ਦੀ ਫੀਸ ਦਿਓ ਤੇ ਤੁਸੀਂ ਦਾਖਲਾ ਲੈ ਲਓ। ਹੁਣ ਉਹ ਕਹਿੰਦੇ ਜਦੋਂ ਕਿਸੇ ਨੇ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣਾ ਹੋ, ਐਂਟਰੈਂਸ ਐਗਜ਼ਾਮ, ਉਹਨੂੰ ਮੇਰਾ ਖਿਆਲ ਹੈ ਕਿ ਪ੍ਰਵੇਸ਼ ਐਗਜ਼ਾਮ, ਸ਼ਾਇਦ ਪ੍ਰਵੇਸ਼ ਪ੍ਰੀਖਿਆ ਉਹ ਦੇਣੀ ਲਾਜ਼ਮੀ ਕਰ ਦਿੱਤੀ ਜਾਏਗੀ। ਇਹ ਤੋਂ ਬਾਅਦ ਕਹਿੰਦੇ ਜਿਹੜੇ ਬੋਰਡ ਦੇ ਇਮਤਿਹਾਨ ਹੋਣਗੇ, 5ਵੀਂ ਹੈ, 8ਵੀਂ ਹੈ, 10ਵੀਂ ਹੈ, 12ਵੀਂ ਹੈ, ਉਹ ਰੱਟੇ ਵਾਲਾ ਕੰਮ ਨਹੀਂ ਹੋਊਗਾ। ਉਹਦੇ ਵਿੱਚ ਅਸੀਂ ਉਹਨੂੰ ਗਿਆਨ ਦੇ ਹਿਸਾਬ ਨਾਲ, ਤਾਂ ਕਿ ਹੁਣ ਇਹ ਦੇਖਣਗੇ ਕਿਹੜੇ ਹਿਸਾਬ ਨਾਲ, ਗਿਆਨ ਦੇ ਹਿਸਾਬ ਨਾਲ ਇਮਤਿਹਾਨ ਲੈਣੇ ਨੇ। ਦੇਖੋ, ਜੇ ਤਾਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਇਸ ਦੇ ਵਿੱਚ ਤਬਦੀਲੀ ਕੀਤੀ ਗਈ ਹੈ, ਤਬਦੀਲੀਆਂ ਚੰਗੀਆਂ ਨੇ, ਕਿਉਂਕਿ ਆਪਾਂ ਦੇਖਦੇ ਹਾਂ ਕਿ ਜੇ ਹੁਣ 34 ਵਰ੍ਹੇ ਪੁਰਾਣੀ ਕੋਈ ਪਾਲਿਸੀ ਚੱਲ ਰਹੀ ਹੈ, 34 ਕਿਹਦਾ 4 ਵਰ੍ਹਿਆਂ ਦੇ ਵਿੱਚ ਦੁਨੀਆ ਬਦਲ ਗਈ ਹੈ। ਜਿਹੜੇ ਅੱਜ ਆਪਾਂ ਜਿਸ ਟੈਕਨੀਕ ਦੇ ਯੁੱਗ ਵਿੱਚ ਰਹਿ ਰਹੇ ਹਾਂ, ਅੱਜ ਤੋਂ 34 ਵਰ੍ਹੇ ਪਹਿਲਾਂ ਤਾਂ ਕਿਆਸ ਵੀ ਨਹੀਂ ਸੀ ਕੀਤਾ ਜਾ ਸਕਦਾ। ਸਮੇਂ ਦੀਆਂ ਜ਼ਰੂਰਤਾਂ ਤਾਂ ਹੈਗੀਆਂ, ਪਰ ਇਹਦੇ ਵਿੱਚ ਜੇ 5ਵੀਂ ਤੋਂ ਬਜਾਏ 10ਵੀਂ ਤੱਕ ਕੀਤਾ ਜਾਵੇ ਨਾ,
ਕਿ ਜਿਹੜੀ ਤੁਸੀਂ ਮਾਂ ਬੋਲੀ ਹੈ ਤੁਹਾਡੀ ਪੜ੍ਹਨੀ ਲਾਜ਼ਮੀ ਹੈ। ਇਹ ਵੀ ਇੱਕ ਆਮ ਤੌਰ ਤੇ ਕਰ ਦਿੱਤਾ ਜਾਵੇ ਕਿ ਜਿਹੜੇ ਸਕੂਲ ਜਿਹੜੇ ਕਾਲਜ ਕਹਿਣਗੇ ਕਿ ਤੁਸੀਂ ਆਪਣੀ ਮਾਂ ਬੋਲੀ ਸਕੂਲ ਦੇ ਵਿੱਚ ਬੋਲ ਨਹੀਂ ਸਕਦੇ, ਭਾਵੇਂ ਉਹ 5ਵੀਂ ਤੱਕ ਹੈ ਭਾਵੇਂ 10ਵੀਂ ਤੱਕ ਹੈ, ਤੁਹਾਨੂੰ ਹਿੰਦੀ ਜਾਂ ਅੰਗਰੇਜ਼ੀ ਬੋਲੀ ਲਾਜ਼ਮੀ ਹੈ। ਇਹਦੇ ਉੱਤੇ ਇਸ ਵਕਤ ਨੱਥ ਪਾਉਣ ਦੀ ਵੀ ਜ਼ਰੂਰਤ ਹੈ। ਚੰਗਾ ਹੋਵੇ ਕਿ ਇਸ ਪਾਲਿਸੀ ਵਿੱਚ ਇਹ ਵੀ ਗੱਲਾਂ ਹੋਣ, 5ਵੀਂ ਦੀ ਬਜਾਏ ਘੱਟੋ ਘੱਟ ਇਹਨੂੰ 10ਵੀਂ ਤੱਕ, ਕਿਉਂਕਿ ਜਿਹੜਾ ਬੱਚਾ 10ਵੀਂ ਤੱਕ ਆਪਣੀ ਮਾਂ ਬੋਲੀ ਨਾਲ ਜੁੜਿਆ ਰਹਿ ਗਿਆ ਉਹਨੂੰ ਕੋਈ ਤੋੜ ਨਹੀਂ ਸਕਦਾ। ਮੈਨੀਪਾਲ ਸਾਹਿਬ ਇਹਦੇ ਵਿੱਚ ਨਾ 2-3 ਚੀਜ਼ਾਂ ਜਿਹੜੀਆਂ ਧਿਆਨ ਮੰਗਦੀਆਂ। ਇੱਕ ਤਾਂ ਆਪਣੇ ਇਹ ਬੜਾ ਵੱਡਾ ਰਿਵਾਜ ਹੈ, ਪਿੰਡ ਦਾ ਨਾਂ ਬਦਲ ਦਿਓ, ਸ਼ਹਿਰ ਦਾ ਬਦਲ ਦਿਓ, ਚੌਂਕ ਦਾ ਬਦਲ ਦਿਓ, ਫਲਾਨੀ ਚੀਜ਼ ਦਾ ਬਦਲ ਦਿਓ, 에ਅਰਪੋਰਟ ਦਾ ਬਦਲ ਦਿਓ। ਨਹੀਂ, ਪਹਿਲਾਂ ਇਹ ਸੀ HRD ਡਿਪਾਰਟਮੈਂਟ, ਹਿਊਮਨ ਰਿਸੋਰਸ ਡਿਪਾਰਟਮੈਂਟ ਜਿਹੜਾ ਹੁੰਦਾ, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਜੋ ਵੀ। ਹੁਣ ਇਹਦਾ ਨਾਂ ਹੈਗਾ ਸਿੱਖਿਆ ਮੰਤਰਾਲਾ। ਇੱਕ ਵੱਡੀ ਤਬਦੀਲੀ ਤੇ ਇਹਦੇ ਵਿੱਚ ਇਹ ਕੀਤੀ ਗਈ, ਐਜੂਕੇਸ਼ਨ ਮਿਨਿਸਟਰੀ ਹੋ ਗਈ। ਹਾਂ, ਐਜੂਕੇਸ਼ਨ ਮਿਨਿਸਟਰੀ ਹੋ ਗਈ। ਚੰਗੀ ਗੱਲ ਹੈ, ਆਪਾਂ ਕੋਈ ਇਹਦੇ ਵਿੱਚ ਇਨਕਾਰ ਨਹੀਂ ਕਰਦੇ। ਇਹ ਜਿਹੜੀ ਵੋਕੇਸ਼ਨਲ ਸਿੱਖਿਆ ਨਾ, ਇਹ ਪਹਿਲਾਂ ਵੀ ਚੱਲਦੀ ਸੀ। ਪਹਿਲਾਂ ਮੇਰੇ ਖਿਆਲ 10ਵੀਂ ਤੋਂ ਚਲਾਉਂਦੇ ਸੀ। 10ਵੀਂ ਤੋਂ ਚਲਾਉਂਦੇ ਸੀ, ਪਰ ਰੌਲਾ ਕੀ ਆ, ਜਦੋਂ 10ਵੀਂ ਤੋਂ ਬਾਅਦ ਚਲਾਉਂਦੇ ਸੀ ਬਹੁਤ ਥੋੜੇ ਬੱਚੇ ਸੀ ਜਿਹੜੇ ਉੱਧਰ ਦਾਖਲਾ ਲੈਂਦੇ ਸੀ। ਪਰ ਜਿਹੜੇ ਦਾਖਲਾ ਲੈਂਦੇ ਸੀ, ਇੱਕ ਤਾਂ ਉਹਨਾਂ ਨੂੰ ਪੜ੍ਹਨੀਆਂ ਪੈਂਦੀਆਂ ਸੀ ਕਿਤਾਬਾਂ ਜਿਹਦੇ ਵਿੱਚ ਲਿਖਿਆ ਹੁੰਦਾ ਸੀ ਸਕੂਟਰ ਇਸ ਤਰੀਕੇ ਠੀਕ ਕੀਤਾ ਜਾਂਦਾ ਹੈ, ਚਾਬੀ 10 ਨੰਬਰ ਦੀ ਲੈ ਕੇ ਸਕੂਟਰ ਦੇ ਪਿਛਲੇ ਨਟ ਨੂੰ ਐਂ ਘੁਮਾਉਣਾ ਹੈ, ਉਹਦੇ ਤੋਂ ਬਾਅਦ ਉਹ ਨਟ ਕੱਢ ਕੇ ਤੁਸੀਂ ਇੱਕ ਪਾਸੇ ਰੱਖ ਲੈਣਾ ਹੈ ਤੇ ਫਿਰ ਉਹਦੇ ਫਲਾਣੇ ਪੁਰਜੇ ਨੂੰ ਐਂ ਠੀਕ ਕਰਨਾ ਹੈ। ਕਿਤਾਬ ਹੋ ਗਈ, ਉਹ ਸੀ ਥਿਊਰੀ ਹੈ, ਵੋਕੇਸ਼ਨਲ ਕੋਰਸ ਹੈ ਜੀ। ਉਹਦੇ ਤੋਂ ਬਾਅਦ ਪ੍ਰੈਕਟੀਕਲ ਦੇ ਲਈ ਜਦੋਂ ਜਾਣਾ ਹੈ ਤੇ ਬੱਚਾ ਕਿੱਥੇ ਪ੍ਰੈਕਟੀਕਲ ਕਰੂਗਾ। ਮੈਨੂੰ ਯਾਦ ਹੈ ਕਿ ਅਜੇ ਬਹੁਤ ਥੋੜੇ ਥਾਵਾਂ ਦੇ ਉੱਤੇ ਸੀ ਵੋਕੇਸ਼ਨਲ, ਪਰ ਫਿਰ ਵੀ ਉਹ ਵੋਕੇਸ਼ਨਲ ਕੋਰਸ ਜਿਹੜੇ ਨੇ ਉਹਦੇ ਵਿੱਚ ਬੈਨੀਪਾਲ ਸਾਹਿਬ ਇੱਕ ਸਰਕਾਰੀ ਸਕੂਲ ਦੇ ਵਿੱਚ ਉਹਨਾਂ ਕੋਲ ਕੱਲੀ ਇੱਕੋ ਮੋਪੜ ਸੀ। ਉਹ ਮੋਪੜ ਵੀ ਜਿਹੜੀ ਸੀ ਲੂਨਾ, ਉਹ ਪਤਾ ਨਹੀਂ ਕਿੰਨੇ ਕੁ ਸੰਨ ਦੀ ਪੁਰਾਣੀ ਸੀਗੀ। ਉਹਨੂੰ ਕਹਿੰਦੇ ਸੀ ਜੇ ਇਹਨੂੰ ਖੋਲਣਾ ਕਿਸੇ ਨੇ ਖੋਲ ਲਓ, ਨਹੀਂ ਤਾਂ ਨਾ ਸੀ। ਹੁਣ ਰੌਲਾ ਇਸ ਗੱਲ ਦਾ ਹੈ ਕਿ ਠੀਕ ਹੈ ਕਿਤਾਬਾਂ ਛਪ ਜਾਣਗੀਆਂ, ਟੈਕਨੀਕਲ ਕੋਰਸ ਸ਼ੁਰੂ ਕਰ ਦਿਓਗੇ, ਵੋਕੇਸ਼ਨ ਦੇ ਕੋਰਸ ਤੁਸੀਂ ਸ਼ੁਰੂ ਕਰ ਦਿਓਗੇ, ਪਰ ਉਹਨੂੰ ਪ੍ਰੈਕਟੀਕਲ ਰੂਪ ਦੇਣ ਦੇ ਲਈ ਕੀ ਹੋਊਗਾ। ਹੁਣ ਚੰਗਾ ਹੁੰਦਾ ਜੇ ਇਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਲਿਖਿਆ ਜਾਂਦਾ ਕਿ ਜਿੱਥੇ ਵੀ ਸਰਕਾਰੀ ਸਕੂਲ ਦੇ ਵਿੱਚ ਜਾਂ ਪ੍ਰਾਈਵੇਟ ਸਕੂਲ 'ਚ ਆਹ ਚੀਜ਼ਾਂ ਜਿਹੜੀਆਂ ਖਾਸ ਤੌਰ ਤੇ ਲੈਬੋਰਟਰੀ ਨਹੀਂ ਹੋਏਗੀ, ਅਸੀਂ ਮਾਨਤਾ ਹੀ ਨਹੀਂ ਦੇਣੀ। ਜਾਂ ਸਰਕਾਰ ਇਹ ਕਹਿੰਦੀ ਕਿ ਸਾਡੀ ਡਿਊਟੀ ਹੋਏਗੀ ਕਿ ਜਿੱਥੇ ਅਸੀਂ ਜਿਹੜੀ ਜਮਾਤ ਤੱਕ ਦਾ ਸਕੂਲ ਸ਼ੁਰੂ ਕਰਨਾ ਹੈ ਉੱਥੇ ਅਸੀਂ ਲੈਬੋਰਟਰੀ ਵੀ ਬਣਾਵਾਂਗੇ, ਉੱਥੇ ਅਸੀਂ ਲਾਇਬ੍ਰੇਰੀ ਵੀ ਬਣਾਵਾਂਗੇ, ਉੱਥੇ ਹਰ ਤਰ੍ਹਾਂ ਦਾ ਪ੍ਰੈਕਟੀਕਲ ਹੋਏਗਾ। ਹੁਣ ਖੇਤੀਬਾੜੀ ਕਰਨੀ ਹੈ, ਖੇਤੀਬਾੜੀ ਦੀ ਪੜ੍ਹਾਈ ਕਰ ਲਈ ਹੈ, ਉਹਦੇ ਲਈ ਕਾਲਜ ਦੇ ਕੋਲੇ ਜ਼ਮੀਨ ਹੈ ਨਹੀਂ, ਯੂਨੀਵਰਸਿਟੀ ਕੋਲ ਜ਼ਮੀਨ ਹੈ ਨਹੀਂ, ਪ੍ਰੈਕਟੀਕਲੀ ਖੇਤੀ ਕਿਵੇਂ ਹੋਊਗੀ ਜੀ। ਇਹ ਹੁਣੇ ਪੰਜਾਬ 'ਚ ਦਿੱਕਤ ਆਈ ਹੈ। ਚਲੋ ਅਸੀਂ ਉਮੀਦ ਕਰਦੇ ਹਾਂ ਕਿ ਆ ਜਿਹੜਾ ਤਕਨੀਕ ਤੇ ਪ੍ਰੈਕਟੀਕਲ ਤੇ ਨਵੀਂ ਜਿਹੜੀ ਹੈ ਐਜੂਕੇਸ਼ਨ ਪਾਲਿਸੀ ਉੱਤੇ ਜ਼ੋਰ ਦਿੱਤਾ ਜਾਵੇ, ਬਹੁਤ ਚੰਗਾ। ਅਜੇ ਤਾਂ ਲਾਗੂ ਹੋਣੀ ਹੈ, ਅਜੇ ਉਹਦੀਆਂ ਪਰਤਾਂ ਖੋਲ੍ਹਣੀਆਂ, ਅਸੀਂ ਆਲੋਚਨਾ ਨਹੀਂ ਕਰਦੇ, ਪਰ ਇਹ ਜਸਟ ਇੱਕ ਪ੍ਰੈਕਟੀਕਲ ਆਪਾਂ ਉਦਾਹਰਨ ਦਿੱਤੀ ਹੈ ਕਿ ਆ ਕੁਝ ਹੋ ਰਿਹਾ। ਹੁਣ ਪੰਜਾਬ ਖੇਤੀਬਾੜੀ ਵਾਲਾ ਕਹਿੰਦੇ ਜੀ ਖੇਤੀਬਾੜੀ ਦੀ ਪੜ੍ਹਾਈ ਕਰਾਵਾਂਗੇ, ਨਵੇਂ ਤਰੀਕੇ ਤੁਸੀਂ ਖੇਤੀ ਕਰਿਓ, ਪਰ ਉਹਦੇ ਵਿੱਚ ਜੇ ਹੁਣ ਕਿਤਾਬ ਦੇ ਉੱਤੇ ਤੁਸੀਂ ਲਿਖ ਦਿੱਤਾ ਪਰ ਤੁਹਾਡੇ ਕੋਲੇ ਜ਼ਮੀਨ ਹੈ ਨਹੀਂ, ਤਾਂ ਬੱਚੇ ਨੂੰ ਕਿਵੇਂ ਪਤਾ ਲੱਗੂਗਾ ਕਿ ਭਾਈ ਬਤਾਊਂ ਦਾ ਬੂਟਾ ਕਿੰਨਾ ਹੇਠਾਂ ਕੱਢਣਾ? ਕਿਵੇਂ ਪਤਾ ਲੱਗੂਗਾ ਕਿ ਭਾਈ ਜਦੋਂ ਝੋਨਾ ਲਾਉਣਾ ਹੈ ਉਹ ਗੂਠੇ ਨਾਲ ਦੱਬੀਦਾ ਕਿ ਉਂਗਲੀ ਨਾਲ ਦੱਬੀਦਾ ਕਿ ਐਂ ਕਰਕੇ ਦੱਬੀਦਾ? ਹੁਣ ਬੈਨੀਪਾਲ ਸਾਹਿਬ ਜਿਹੜੀ ਗੱਲ ਬਹੁਤ ਹੀ ਅਹਿਮ ਹੈ ਉਹ ਹੈ ਕਿ ਮਾਂ ਬੋਲੀ ਦੀ ਜੀ, ਕਿ ਜਿਹੜੀ ਤੁਹਾਡੀ ਆਪਣੀ ਭਾਸ਼ਾ ਹੈ ਉਸ ਭਾਸ਼ਾ ਦੇ ਵਿੱਚ ਕੰਮਕਾਰ ਅਗਲੇ ਪਾਸੇ ਨੂੰ ਤੋਰੋ। ਪਹਿਲੇ 5 ਸਾਲ ਤੁਸੀਂ ਉਹ 'ਚ ਪੜ੍ਹਨਾ ਹੈ, ਬਹੁਤ ਵਧੀਆ ਗੱਲ ਹੈ, ਇਹਦੇ ਤੋਂ ਚੰਗੀ ਗੱਲ ਕੋਈ ਹੋ ਹੀ ਨਹੀਂ ਸਕਦੀ। ਪਰ ਜ਼ਮੀਨੀ ਹਕੀਕਤ ਕੀ ਹੈ, ਪ੍ਰੈਕਟੀਕਲ ਕੀ ਹੈ ਕਿ ਸਮੇਤ ਦੇਸ਼ ਦੀ ਰਾਜਧਾਨੀ ਦਿੱਲੀ ਜੀ ਕੰਮ ਕੀ ਚੱਲਦਾ ਹੈ ਕਿ ਹਰ ਸੂਬੇ ਦੇ ਵਿੱਚ ਬਹੁਤ ਸਾਰੀਆਂ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੈ, ਖਾਸ ਤੌਰ ਦੇ ਉੱਤੇ ਮਾਂ ਬੋਲੀ ਜਿਹੜੇ ਵੀ ਸੂਬੇ ਦੀ ਹੈਗੀ ਆ ਉਹਦੀਆਂ ਅਸਾਮੀਆਂ ਖਾਲੀ ਹੈ। ਪੰਜਾਬ ਦੀ ਉਦਾਹਰਨ ਲੈ ਲਈਏ ਜੀ, ਹੁਣ ਪੰਜਾਬ ਦੇ ਵਿੱਚ ਸਮਾਜਿਕ ਸਿੱਖਿਆ ਵਾਲੇ ਨੂੰ ਕਹਿ ਲਓ ਕਿ ਪੰਜਾਬੀ ਪੜ੍ਹਾ ਦੇ ਬਈ, ਭਰਤੀਆਂ ਵੀ ਕਰਨੀਆਂ, ਪਹਿਲਾਂ ਇੰਗਲਿਸ਼ ਵਾਲਾ ਭਰਤੀ ਕਰ ਲਓ, ਵੀ ਮੈਥ ਵਾਲਾ ਬੰਦਾ ਭਰਤੀ ਕਰ ਲਓ, ਵੀ ਸਾਇੰਸ ਵਾਲਾ, ਠੀਕ ਹੈ, ਉਹ ਸਬਜੈਕਟ ਬਹੁਤ ਇੰਪੋਰਟੈਂਟ ਨੇ, ਪਰ ਜੇ ਮਾਂ ਬੋਲੀ ਦੇ ਉੱਤੇ ਆਪਾਂ ਜ਼ੋਰ ਦੇਣਾ ਤਾਂ ਘੱਟੋ ਘੱਟ ਉਹਨੂੰ ਪੜ੍ਹਾਉਣ ਵਾਲਾ ਤਾਂ ਹੋਵੇ, ਉਹ ਤੁਹਾਡੀ ਤਰਜੀਹ ਦੇ ਵਿੱਚ ਤਾਂ ਹੋਵੇ। ਚੰਗਾ ਹੋਵੇ ਜੇ ਕੇਂਦਰ ਦੀ ਸਰਕਾਰ ਇਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਇਸ ਗੱਲ ਨੂੰ ਸ਼ਾਮਿਲ ਕਰੇ ਕਿ ਭਾਈ ਹਰ ਸੂਬਾ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਦੇ ਅਦਾਰਿਆਂ ਦੇ ਵਿੱਚ ਮਾਂ ਬੋਲੀ ਨੂੰ ਤਰਜੀਹ ਦੇਣ ਦੇ ਲਈ ਉਹਦੇ ਸਾਰੇ ਅਧਿਆਪਕਾਂ ਦੀਆਂ ਅਸਾਮੀਆਂ ਪੂਰੀਆਂ ਹੋਣੀਆਂ ਚਾਹੀਦੀਆਂ। ਉਹ ਵਿਸ਼ਾ ਇਦਾਂ ਨਹੀਂ ਪੜ੍ਹਾਇਆ ਜਾਊਗਾ ਕਿ ਚੱਲ ਭਾਈ ਸਬਜ਼ੀ ਲੈਣ ਗਏ ਆ ਤਾਂ ਨਾਲ ਦੋ ਨਿੰਬੂ ਵੀ ਪਾ ਦੇ। ਮਾਂ ਬੋਲੀ ਇਦਾਂ ਨਹੀਂ ਹੋਣੀ ਚਾਹੀਦੀ, ਮਾਂ ਬੋਲੀ ਮੁੱਖ ਹੋਣੀ ਚਾਹੀਦੀ ਹੈ। ਇਸ ਕਰਕੇ ਕੱਲੀਆਂ ਗੱਲਾਂ ਕਰਨ ਦੇ ਨਾਲ ਨਹੀਂ, ਜੇ ਆਪਾਂ ਕੱਲੀਆਂ ਗੱਲਾਂ ਦੀ ਗੱਲ ਦੇਖੀਏ, ਇਹ ਤਾਂ ਕਿਹਾ ਗਿਆ ਕਿ ਭਾਈ ਹਰ ਇੱਕ ਨੂੰ ਮੁਫਤ ਸਿੱਖਿਆ ਦੇਣੀ ਹੈ ਜੀ, ਕੀ ਮਿਲਦੀ ਹੈ? ਇਹ ਤਾਂ ਕਿਹਾ ਗਿਆ ਕਿ ਚੰਗੀ ਸਿੱਖਿਆ ਦੇਣੀ ਹੈ, ਕੀ ਅੱਜ ਤੱਕ ਮਿਲੀ ਹੈ? ਇਹ ਤਾਂ ਕਿਹਾ ਗਿਆ ਕਿ ਭਾਈ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣਾ ਹੈ, ਕੀ ਮਿਲਿਆ? ਇਸ ਕਰਕੇ ਚੰਗੀ ਗੱਲ ਹੈ ਕਿ ਤਕਨੀਕ ਤੇ ਜ਼ੋਰ ਦੇਣਾ ਹੈ, ਚੰਗੀ ਗੱਲ ਹੈ ਕਿ ਮਾਂ ਬੋਲੀ ਤੇ ਜ਼ੋਰ ਦੇਣਾ ਹੈ, ਪਰ ਕੀ ਜ਼ਮੀਨੀ ਪੱਧਰ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਜਾਏਗਾ ਕਿ ਨਹੀਂ, ਇਹ ਬਹੁਤ ਵੱਡਾ ਮਸਲਾ ਹੈ। ਬੈਨੀਪਾਲ ਸਾਹਿਬ ਇਸ ਮੁੱਦੇ ਤੇ ਆਖਰੀ ਗੱਲ ਬਿਲਕੁਲ ਦੱਸੋ, ਉਹ ਕੀ ਗੱਲ ਹੈ? ਉਹ ਸਭ ਤੋਂ ਜ਼ਰੂਰੀ ਗੱਲ ਹੈ। ਉਹ ਗੱਲ ਇਹ ਹੈ, ਹੁਣ ਕਹਿੰਦੇ ਆ ਜੀ ਕਿ ਜਿਹੜੀ ਇਹ ਸਿੱਖਿਆ ਨੀਤੀ ਹੈ ਜੀ,
ਇਸ ਸਿੱਖਿਆ ਨੀਤੀ ਦੇ ਮੁਤਾਬਿਕ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਆਪਾਂ ਸਿਲੇਬਸ ਦਾ ਬੋਝ ਘਟਾਉਣਾ। ਤੁਸੀਂ ਕਈ ਵਾਰੀ ਇਹ ਕਹਿੰਦੇ ਹੋ ਨੇ ਜੀ ਝੋਲੇ ਭਰੇ ਹੋ ਆ ਜੀ ਪੰਜਾਬ ਦੇ ਵਿੱਚ ਨਿਆਣੇ, ਠੀਕ ਹੈ, ਸਿਲੇਬਸ ਘਟਾਉਣਾ ਬਹੁਤ ਜ਼ਰੂਰੀ ਹੈ, ਪਰ ਬੇਲੋੜਾ ਸਿਲੇਬਸ ਘਟਾਉਣਾ ਚਾਹੀਦਾ। ਜੇ ਆਪਾਂ ਕਿਸੇ ਹੋਰ ਅੱਖ ਦੇ ਨਾਲ ਦੇਖ ਕੇ, ਕਿਸੇ ਹੋਰ ਚਸ਼ਮੇ ਦੇ ਵਿੱਚੋਂ ਦੇਖ ਕੇ ਕਿ ਭਾਈ ਆ ਵੀ ਚੱਕ ਦਿਓ, ਆ ਵੀ ਚੱਕ ਦਿਓ, ਆਹ ਰੱਖ ਲਓ, ਇਹ ਡਬਲ ਕਰ ਦਿਓ, ਫਿਰ ਕੰਮ ਔਖਾ ਹੋ ਜਾਊਗਾ। ਸਿਲੇਬਸ ਘਟਾਉਣ ਦੇ ਲਈ ਵੀ ਕੁਝ ਚੰਗੇ ਮਾਹਿਰ ਜਿਹੜੇ ਸਮਾਜ ਨੂੰ ਵੀ ਜਾਣਨ, ਐਜੂਕੇਸ਼ਨ ਨੂੰ ਵੀ ਜਾਣਨ, ਉਧਰ ਤੁਰਨ ਦੀ ਲੋੜ ਹੈ। ਬਾਟ ਸਾਹਿਬ ਬਿਲਕੁਲ ਜ਼ਰੂਰੀ ਹੈ। ਜੇ ਆਪਾਂ ਕਿਸੇ ਵੀ ਚੀਜ਼ ਦੀ ਉਪਜ ਕਰਨਾ ਚਾਹੁੰਦੇ ਹਾਂ, ਉਹਦੇ ਵਾਸਤੇ ਇਕੱਲੀ ਜ਼ਮੀਨ ਹੀ ਨਹੀਂ, ਜ਼ਮੀਨ ਉਪਜਾਊ ਵੀ ਨਾਲ ਚਾਹੀਦੀ ਹੈ। ਹੁਣ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸਿਰਫ ਖਾਨਾ ਪੂਰਤੀ ਨਾ ਕੀਤੀ ਜਾਵੇ ਕਿ ਭਾਈ ਜੇਕਰ ਪੜ੍ਹਾਉਣ ਵਾਸਤੇ ਅਧਿਆਪਕ ਚਾਹੀਦਾ, ਉਹਦੀ ਉਸ ਵਿਸ਼ੇ ਨਾਲ ਕੋਈ ਲੈਣ ਦੇਣ ਨਹੀਂ, ਇਲਾਕਾ ਤੇਕਾ ਨਹੀਂ ਜਾਂ ਮੁਹਾਰਤੀ ਨਹੀਂ, ਉਹਨੂੰ ਕਹੀ ਜਾਣਾ ਤੂੰ ਹਿੰਦੀ ਵੀ ਪੜ੍ਹਾਈ ਚੱਲ, ਤੂੰ ਪੰਜਾਬੀ ਵੀ ਪੜ੍ਹਾਈ ਚੱਲ, ਤੂੰ ਮੈਥ ਦਾ ਵੀ ਥੋੜ੍ਹਾ ਬਹੁਤਾ ਕਰਾ ਦਿਆ ਕਰ, ਤੂੰ ਅੰਗਰੇਜ਼ੀ ਵੀ ਪੜ੍ਹਾ ਦੇ। ਸਭ ਤੋਂ ਵੱਡੀ ਗੱਲ ਹੈ ਕਿ ਜੇਕਰ ਅਸੀਂ ਚੰਗਾ ਉਸਤਾਦ ਨਾ ਲੱਭਿਆ ਜਾਂ ਚੰਗੇ ਉਸਤਾਦ ਅਸੀਂ ਪੈਦਾ ਨਾ ਕੀਤੇ ਤਾਂ ਚੰਗੇ ਸਟੂਡੈਂਟ ਵੀ ਪੈਦਾ ਨਹੀਂ ਕੀਤੇ ਜਾ ਸਕਦੇ, ਤੇ ਚੰਗੇ ਵਿਗਿਆਨੀ, ਚੰਗੇ ਡਾਕਟਰ, ਚੰਗੇ ਇੰਜੀਨੀਅਰ ਵੀ ਪੈਦਾ ਨਹੀਂ ਕੀਤੇ ਜਾ ਸਕਦੇ। ਇਹਦੇ ਵਾਸਤੇ ਸਾਡੀ ਨੀਂਹ ਮਜ਼ਬੂਤ ਕਰਨੀ ਬਹੁਤ ਜ਼ਰੂਰੀ ਹੈ। ਆਮ ਤੌਰ ਤੇ ਹੁੰਦਾ ਕੀ ਹੈ ਕਿ ਜਿਹੜੀ ਐਲੀਮੈਂਟਰੀ ਸਕੂਲ ਜਾਂ ਜਿਹਨੂੰ ਪ੍ਰਾਇਮਰੀ ਸਕੂਲ ਆਪਾਂ ਕਹਿੰਦੇ ਹੁੰਦੇ ਸੀ, ਉਹ ਨੀਂਹ ਸਾਡੀ ਹਮੇਸ਼ਾ ਤੋਂ ਕਮਜ਼ੋਰ ਰਹੀ ਹੈ ਤੇ ਰਹਿ ਵੀ ਰਹੀ ਹੈ ਜੀ। ਉੱਥੇ ਸਭ ਤੋਂ ਜ਼ਿਆਦਾ ਤਰਜੀਹ ਦੇਣ ਦੀ ਜ਼ਰੂਰਤ ਹੈ ਕਿ ਜਿਹੜੇ ਬੱਚਿਆਂ ਨੇ KG ਤੋਂ ਲੈ ਕੇ ਜਾਂ ਪਹਿਲੀ ਜਮਾਤ ਤੋਂ ਲੈ ਕੇ 5ਵੀਂ ਜਮਾਤ ਤੱਕ ਦੀ ਪੜ੍ਹਾਈ ਕਰਨੀ ਹੈ, ਉੱਥੇ ਕਿਤੇ ਕੱਚ ਨਾ ਰਹਿ ਜੇ। ਉੱਥੇ ਇੱਟ ਚੂਨੇ 'ਚ ਲੱਗਣੀ ਚਾਹੀਦੀ ਹੈ, ਚਿਣਕੇ ਲੱਗਣੀ ਚਾਹੀਦੀ ਹੈ। ਫਿਰ ਚਾਹੇ ਉਹ 'ਤੇ 20 ਮੰਜ਼ਲੀ ਭਾਵੇਂ 50 ਜਾਂ 100 ਮੰਜ਼ਲੀ ਇਮਾਰਤ ਖੜੀ ਕਰ ਦਈਏ, ਜੇ ਨੀਂਹ ਕਮਜ਼ੋਰ ਰਹਿ ਗਈ ਫਿਰ ਤਾਂ ਜਦੋਂ ਚੁਬਾਰਾ ਵੀ ਪਾ ਲਈਏ ਨਾ, ਉਹ ਵੀ ਮਾੜੀ ਮੋਟੀ ਝੱਖੜ ਦੇ ਵਿੱਚ ਘੁੰਮ ਕੇ ਡਿੱਗਦਾ। ਹੁਣ ਸਵਾਲ ਇੱਥੇ ਹੀ ਆ ਕੇ ਖੜਾ ਹੋ ਗਿਆ ਕਿ ਭਾਵੇਂ ਅਸੀਂ ਪ੍ਰਾਈਵੇਟ ਜਿਹੜੇ ਸਕੂਲ ਦੁਕਾਨਾਂ ਦੀਆਂ ਚੱਲੀਆਂ ਹੋਈਆਂ ਨੇ ਉਹ ਦੇਖਦੇ ਹਾਂ, 10ਵੀਂ ਪੜ੍ਹਿਆ ਰੱਖ ਲਿਆ, 12ਵੀਂ ਪੜ੍ਹਿਆ ਰੱਖ ਲਿਆ, ਕਿਸੇ ਨੇ BA ਕਰ ਲਈ, ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਉਹ ਹੁੰਦੇ ਨੇ ਜਿਨ੍ਹਾਂ ਕੋਲੇ ਪ੍ਰੋਪਰ ਅਧਿਆਪਨ ਦਾ ਕਿੱਤੇ ਦਾ ਕੋਰਸ ਕੀਤਾ ਹੀ ਨਹੀਂ ਹੁੰਦਾ। ਇਸ ਕਰਕੇ ਜੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਅਧਿਆਪਕ ਰੱਖੇ ਜਾਣ, ਜਿਹੜੇ ਵਿਸ਼ੇ ਨੂੰ ਪੜ੍ਹਾਉਣਾ ਉਹਦੇ ਮਾਹਰ ਅਧਿਆਪਕ ਰੱਖੇ ਜਾਣ, ਇੱਕ ਤਾਂ ਇਹ ਬਹੁਤ ਲਾਜ਼ਮੀ ਹੈ। ਇੱਕ ਦੂਸਰਾ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸਿਰਫ ਇਹ ਨਾ ਸੋਚਿਆ ਜਾਵੇ ਕਿ ਅਸੀਂ ਬਸਤਾ ਹੌਲਾ ਕਰਨਾ, ਜਿਹੜੀਆਂ ਲੋੜੀਂਦੀਆਂ ਚੀਜ਼ਾਂ ਪੜ੍ਹਾਉਣ ਵਾਲੀਆਂ ਨੇ, ਜਿਹੜੀਆਂ ਸਾਡੇ ਕੰਮ ਆਉਣ ਵਾਲੀਆਂ ਨੇ, ਉਹਨਾਂ ਨੂੰ ਮਨਫੀ ਨਾ ਕੀਤਾ ਜਾਵੇ। ਇਹ ਵੀ ਤਾਂ ਕੀਤਾ ਜਾ ਸਕਦਾ ਇੱਥੋਂ ਦੇ ਸਕੂਲਾਂ ਦੇ ਵਿੱਚ ਆ ਕਿ ਪਹਿਲੇ 2 ਮਹੀਨੇ ਉਸੇ ਸਬਜੈਕਟ ਦੇ ਵਿੱਚੋਂ ਇੱਕ ਚੀਜ਼ ਪੜ੍ਹਾਉਣੀ ਹੈ ਤੇ ਉਹਦਾ ਇਮਤਿਹਾਨ ਲੈ ਕੇ ਕਹਿਣਾ ਇਹ ਡਨ ਹੈ ਤੇ ਅਗਲੀਆਂ ਕਿਤਾਬਾਂ ਫੇਰ ਲਿਆਏ ਜੀ। ਹੁਣ ਸਾਡੇ ਸਾਰਾ ਸਾਲ ਸਾਰੀਆਂ ਕਿਤਾਬਾਂ ਵੀ ਸਾਰੀਆਂ ਪੜ੍ਹਾਈ ਜਾਣੀਆਂ ਨੇ, ਸਾਰੀਆਂ ਚੱਕ ਕੇ ਵੀ ਲਿਜਾਣੀਆਂ ਪੈਣੀਆਂ ਨੇ। ਉਹਨਾਂ ਵਿੱਚੋਂ ਅੱਧੀਆਂ ਕਿਤਾਬਾਂ ਤਾਂ ਝੋਲੇ 'ਚ ਉਹ ਹੁੰਦੀਆਂ ਨੇ ਜਿਹਨਾਂ ਨੂੰ ਹਵਾ ਲੱਗਦੀ ਹੋਈ ਨਹੀਂ। ਸੋ ਇਸ ਕਰਕੇ ਥੋੜ੍ਹੀ ਬਹੁਤ ਇੱਧਰਲੇ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਜਿਹੜੇ ਬੱਚਿਆਂ ਦੇ ਬਸਤੇ ਦਾ ਵਜ਼ਨ ਹਲਕਾ ਕੀਤਾ ਜਾਵੇ, ਪਰ ਹਲਕਾ ਉਹ ਕੀਤਾ ਜਾਵੇ ਜਿਹੜਾ ਕਰਨ ਵਾਲਾ। ਇਹ ਨਾ ਹੋਵੇ ਕਿ ਸਾਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਸੀ ਉਹ ਜਾਣ ਬੁੱਝ ਕੇ ਕਿਸੇ ਬਦਲੀਤ ਦੇ ਨਾਲ ਕੱਢ ਦਿੱਤੀਆਂ ਜਾਣ। ਬਿਲਕੁਲ ਬੈਨੀਪਾਲ ਸਾਹਿਬ, ਐਜੂਕੇਸ਼ਨ ਪਾਲਿਸੀ ਦੇ ਉੱਤੇ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਵੀ ਕੀਤਾ, ਕਈ ਸਿਆਸੀ ਧਿਰਾਂ ਨੇ ਵੀ ਇਤਰਾਜ਼ ਕੀਤਾ ਕਿ ਭਾਈ ਇਹਨੇ ਤਬਾਹ ਕਰਕੇ ਰੱਖ ਦੇਣਾ, ਪਰ ਕਿਉਂਕਿ ਜੇ ਡਿਟੇਲ ਆਉਣੀ ਬਾਕੀ ਹੈ, ਜੇ ਵਿਸਥਾਰ ਆਉਣਾ ਬਾਕੀ ਹੈ, ਇਕੱਲੀ ਇਕੱਲੀ ਮੱਦ ਪੜ੍ਹਨੀ ਬਾਕੀ ਹੈ, ਉਮੀਦ ਕਰਦੇ ਹਾਂ ਕਿ ਕੁਝ ਚੰਗਾ ਹੋਵੇ ਜੀ। ਹੁਣ ਇਹਦੇ ਤੋਂ ਬਾਅਦ ਆਪਾਂ ਆਉਂਦੇ ਹਾਂ ਕਿ ਕਰੋਨਾ ਵਾਇਰਸ ਦੇ ਕਰਕੇ ਜਿਹੜੀ ਸਮੱਸਿਆ ਪੈਦਾ ਹੋਈ ਹੈ ਜੀ। ਹੁਣ 52,000 ਕੇਸ ਇੱਕ ਦਿਨ ਦੇ ਵਿੱਚ ਆਇਆ, ਇਹ ਭਾਰਤ ਦੇ ਵਿੱਚ ਰਿਕਾਰਡ ਟੁੱਟਿਆ। ਹੁਣ ਤੱਕ ਕੀ ਸੀ, ਪਹਿਲਾਂ 10,000 ਕੇਸ, 11, 15, 14, 16, 18, 20, 32, 40, 42, 48,000 ਦੇ 46,000 ਦੇ ਉੱਤੇ ਕਈ ਦਿਨ ਟਿਕਿਆ ਰਿਹਾ ਜੀ। ਹੁਣ ਉਹ 46-48,000 ਤੇ ਜਿਹੜੇ ਕੇਸ ਟਿਕੇ ਰਹੇ ਨੇ, ਉਹਨਾਂ ਟਿਕੇ ਹੋਏ ਕੇਸਾਂ ਨੇ ਇੱਕਦਮ 4,000 ਦਾ ਉਛਾਲਾ ਮਾਰਿਆ। ਦੇਖੋ ਘੰਟੇ 24 ਨੇ ਇੱਕ ਦਿਨ 'ਚ ਜੀ, ਉਹਦੇ ਵਿੱਚ 52,000 ਕੇਸਾਂ ਦਾ ਸਾਹਮਣੇ ਆਉਣਾ ਇਹ ਦੱਸਦਾ ਹੈ ਕਿ ਹੁਣ ਬਹੁਤ ਤੇਜ਼ ਗਤੀ ਦੇ ਨਾਲ ਕੇਸ ਵੱਧ ਰਿਹਾ। ਹਾਲਾਂਕਿ ਚਲੋ ਠੀਕ ਹੈ, ਟੈਸਟ ਵੀ ਬਹੁਤ ਜ਼ਿਆਦਾ ਅਗਲੇ ਪਾਸੇ ਨੂੰ ਜਾ ਰਹੇ ਨੇ, ਪਰ 52,000 ਕੇਸਾਂ ਦਾ ਇੱਕ ਦਿਨ ਦੇ ਵਿੱਚ ਸਾਹਮਣੇ ਆਉਣਾ। ਅਸੀਂ ਕਦੇ ਅਮਰੀਕਾ ਦੇ ਉੱਤੇ ਇਹ ਗੱਲਾਂ ਕਰਦੇ ਹੁੰਦੇ 50,000 ਬੰਦਾ ਇੱਕ ਦਿਨ 'ਚ ਰੋਗੀ ਹੋ ਗਿਆ, 50,000 ਬੰਦਾ ਇੱਕ ਦਿਨ 'ਚ ਰੋਗੀ ਹੋ ਗਿਆ, ਕੰਮ ਕਿਵੇਂ ਚੱਲੂਗਾ? ਹੁਣ ਇਸ ਕਰਕੇ ਭਾਰਤ ਦੇ ਲਈ ਇਹ ਸੋਚਣ ਦੀ ਘੜੀ ਹੈ। ਦੂਸਰੇ ਪਾਸੇ ਕਿਉਂਕਿ ਆ ਜੁਲਾਈ ਮਹੀਨੇ ਦੀ ਆਖਰੀ ਤਰੀਕ ਨੂੰ ਕੰਮ ਨਿਬੜ ਜਾਣਾ ਸੀ, ਅਗਲੀ ਨੀਤੀ ਸਾਨੂੰ ਬਣਾਉਣੀ ਪੈਣੀ ਸੀ ਕਿ ਲੋਕਡਾਊਨ ਰਹੇਗਾ ਕਿ ਨਹੀਂ, ਰਾਤ ਦਾ ਰਹੇਗਾ, ਦਿਨ ਦਾ ਰਹੇਗਾ, ਲੋਕ ਖੁੱਲ੍ਹੇ 'ਚ ਫਿਰ ਸਕਣਗੇ, ਕਿੰਨੀ ਗਿਣਤੀ 'ਚ। ਹੁਣ ਕੇਂਦਰ ਦੀ ਸਰਕਾਰ ਨੇ ਅਗਲੀਆਂ ਹਦਾਇਤਾਂ ਜਾਰੀ ਕਰਤੀਆਂ। ਪਹਿਲੀ ਗੱਲ ਕਿ ਰਾਤ ਨੂੰ ਹੁਣ ਖੁੱਲ੍ਹ ਮਿਲੇਗੀ ਕਿ ਜਿੰਨੀਆਂ ਸ਼ਰਤਾਂ ਦੇ ਤਹਿਤ ਤੁਸੀਂ ਦਿਨੇ ਘੁੰਮ ਫਿਰ ਸਕਦੇ ਹੋ, ਰਾਤ ਨੂੰ ਵੀ ਉਹੀ ਲਾਗੂ ਹੋ ਜਾਣਗੀਆਂ ਜੀ। ਦੂਸਰਾ, ਜਿਮ ਖੁੱਲ੍ਹ ਜਾਣਗੇ। ਉਹ ਜਿਹੜੇ ਜਿਮ ਨੇ ਉਹ 5 ਅਗਸਤ ਦੇ ਨੇੜੇ ਤੇੜੇ ਖੁੱਲ੍ਹ ਜਾਣਗੇ, ਪਰ ਜਿਹੜੀ ਸਕੂਲਾਂ ਤੇ ਕਾਲਜਾਂ ਦੀ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਉਧਰਲੇ ਪਾਸੇ ਵੀ ਕੁਝ ਖੁੱਲ੍ਹ ਤੇ ਢਿੱਲ ਮਿਲੇ, ਜਿਹੜਾ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਉਧਰਲੇ ਪਾਸਿਓਂ ਵੀ ਕੰਮ ਥੋੜ੍ਹਾ ਜਿਹਾ ਹੌਲਾ ਹੋਵੇ, ਪਰ ਅਗਸਤ ਮਹੀਨੇ ਦੇ ਆਖਰੀ ਤਰੀਕ ਤੱਕ ਉਧਰਲੇ ਪਾਸੇ ਉਹਨਾਂ ਕੀ ਕੰਮ ਰੱਖਿਆ ਗਿਆ। ਜਿਨ੍ਹਾਂ ਖੇਤਰਾਂ ਦੇ ਵਿੱਚੋਂ ਵੱਧ ਗਿਣਤੀ ਦੇ ਵਿੱਚ ਮਰੀਜ਼ ਆ ਰਹੇ ਨੇ, ਉੱਥੇ ਅਜੇ ਲੋਕਡਾਊਨ ਜਾਰੀ ਰਹੇਗਾ। ਇਹਦਾ ਮਤਲਬ ਹੈ ਕਿ ਦਵਾਈ ਅਜੇ ਆਈ ਨਹੀਂ, ਭਾਵੇਂ ਫੇਜ਼ 3 ਦੇ ਟਰਾਇਲ ਲਗਾਤਾਰ ਜਾਰੀ ਨੇ, ਪਰ ਕੰਮ
ਲਗਾਤਾਰ ਭਾਰਤ ਵਾਲੇ ਪਾਸਿਓਂ ਖਤਰੇ ਜਾ ਰਿਹਾ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਕੇ ਸਕੂਲ, ਕਾਲਜ, ਕੋਚਿੰਗ ਸੈਂਟਰ ਤਾਂ 31 ਅਗਸਤ ਤੱਕ ਬੰਦ ਹੀ ਹੈ। 31 ਅਗਸਤ ਤੋਂ ਬਾਅਦ ਵੀ ਕੀ ਖੁੱਲ੍ਹਦੇ ਆ ਜੀ, ਇਹ ਇੰਤਜ਼ਾਰ ਕਰਨਾ ਪੈਣਾ। ਪਰ ਕਈ ਜਿਹੜੇ ਫਿਲਮੀ ਜਗਤ ਨਾਲ ਸੰਬੰਧਿਤ ਲੋਕ ਨੇ, ਸਿਨੇਮੇ ਨੇ, ਥੀਏਟਰ ਨੇ, ਉਹਨਾਂ ਵਾਸਤੇ ਹਾਲੇ ਵੀ ਪਾਬੰਦੀ ਆ। ਉਹ ਲੋਕਡਾਊਨ 3 ਦੇ ਵਿੱਚ ਵੀ ਉਹਨਾਂ ਨੂੰ ਕੋਈ ਢਿੱਲ ਨਹੀਂ ਮਿਲਣੀ ਜੀ। ਜੇ ਢਿੱਲਾਂ ਮਿਲਣੀਆਂ ਨੇ ਤਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰੀ ਦਿੱਤਾ ਕਿ ਉਹ ਮਿਲਣੀਆਂ ਨੇ ਤੇ ਕੁਝ ਰਾਤ ਨੂੰ ਢਿੱਲਾਂ ਮਿਲ ਜਾਣੀਆਂ ਨੇ, ਪਰ ਇਹਦਾ ਮਤਲਬ ਕਿਤੇ ਹਰਗਿਜ਼ ਇਹ ਨਾ ਲੈ ਲਿਆ ਜਾਵੇ ਕਿ ਹੁਣ ਢਿੱਲਾਂ ਮਿਲ ਗਈਆਂ, ਕਰੋਨਾ ਵਾਇਰਸ ਕਿਤੇ ਇੱਧਰ ਉੱਧਰ ਚਲਿਆ ਗਿਆ ਜਾਂ ਅਸੀਂ ਉਹਦੇ 'ਤੇ ਕਾਬੂ ਪਾ ਲਿਆ। ਹਾਲੇ ਕਰੋਨਾ ਵਾਇਰਸ ਦੇ ਉੱਤੇ ਕੋਈ ਕਾਬੂ ਨਹੀਂ ਪਿਆ, ਪਰ ਰਾਸ਼ਟਰਪਤੀ ਟਰੰਪ ਸਾਹਿਬ ਹੋਰਾਂ ਨੇ ਕਹਿ ਦਿੱਤਾ, ਕਹਿੰਦੇ ਸ਼ਾਇਦ ਅਸੀਂ ਆਉਣ ਵਾਲੇ 2 ਹਫ਼ਤਿਆਂ ਦੇ ਅੰਦਰ ਅੰਦਰ ਕੋਈ ਦਵਾਈ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੇ ਹਾਂ, ਪਰ ਐਲਾਨ ਹਲੇ ਹੋਇਆ ਨਹੀਂ। ਰੂਸ ਵਾਲੇ ਪਾਸੋਂ ਵੀ ਇਸ ਤਰ੍ਹਾਂ ਦੀ ਖਬਰ ਆ ਰਹੀ ਹੈ, ਉਹ ਕਹਿੰਦੇ ਅਸੀਂ ਦਵਾਈ ਬਣਾ ਲਈ ਹੈ। ਉਹ ਕਹਿ ਰਹੇ ਨੇ ਕਿ ਅਸੀਂ 10 ਅਗਸਤ ਤੋਂ ਪਹਿਲਾਂ ਸੋਚਦੇ ਹਾਂ ਕਿ ਅਧਿਕਾਰਤ ਤਰੀਕ ਦਾ ਐਲਾਨ ਕਰ ਦਈਏ ਕਿ ਆਹ ਦਵਾਈ ਹੈ ਤੇ ਇਸ ਦਵਾਈ ਵਾਸਤੇ ਕਿਹਨੂੰ ਦਿੱਤੀ ਜਾਣੀ ਹੈ। ਪਰ ਉਹਦੇ ਵਿੱਚ ਫਿਰ ਇੱਕ ਚੀਜ਼ ਬਹੁਤ ਨੋਟ ਕਰਨ ਵਾਲੀ ਹੈ, ਅਹਿਮ ਇਹ ਹੈ, ਉਹ ਕਹਿੰਦੇ ਜਿਹੜੀ ਉਹ ਦਵਾਈ ਅਸੀਂ 10 ਤਰੀਕ ਦੇ ਨੇੜੇ ਤੇੜੇ ਦੇਣ ਵੀ ਜਾ ਰਹੇ ਹਾਂ ਦੁਨੀਆ ਨੂੰ, ਉਹਦੇ ਵਿੱਚ ਵੀ ਸਭ ਤੋਂ ਪਹਿਲਾਂ ਜਿਹੜੇ ਸਿਹਤ ਕਰਮੀ ਨੇ, ਫਰੰਟ ਲਾਈਨਰ ਨੇ ਜੀ, ਸਭ ਤੋਂ ਪਹਿਲਾਂ ਜੇ ਕਰੋਨਾ ਵਾਇਰਸ ਦੇ ਮਰੀਜ਼ ਨੇ ਤਾਂ ਉਹਨਾਂ ਨੂੰ ਦਿੱਤੀ ਜਾਣੀ ਹੈ। ਆਮ ਆਪਣੇ ਵਰਗੇ ਲੋਕਾਂ ਤੱਕ ਉਹ ਕਿਤੇ ਬਾਅਦ ਦੇ ਵਿੱਚ ਪਹੁੰਚਣੀ ਹੈ। ਪਰ ਭਾਰਤ ਦੇ ਵਾਲੇ ਪਾਸਿਓਂ ਹਾਲੇ ਖਬਰ ਆਈ ਨਹੀਂ। ਜੇਕਰ ਅਮਰੀਕਾ ਵਾਲਿਆਂ ਵਾਸਤੇ ਵੀ ਖਬਰ ਆ ਗਈ ਜੀ, ਜਾਂ ਰੂਸ ਨੇ ਵੀ ਬਣਾ ਲਈ ਜਾਂ ਚੀਨ ਨੇ ਵੀ ਦੱਸ ਦਿੱਤਾ ਕਿ ਅਸੀਂ ਦਵਾਈ ਬਣਾ ਲਈ ਹੈ, ਪਰ ਭਾਰਤ ਨਾਲ ਸਮਝੌਤਾ ਹੁੰਦਿਆਂ ਨੂੰ ਭਾਰਤ ਦੇ ਕੋਲ ਦਵਾਈ ਪਹੁੰਚਦਿਆਂ ਨੂੰ ਹਲੇ ਸਮਾਂ ਲੱਗੂਗਾ। ਭਾਵੇਂ ਲੋਕਡਾਊਨ 3 ਸ਼ਾਇਦ 5 ਅਗਸਤ ਤੋਂ ਲਾਗੂ ਹੋਣ ਜਾ ਰਿਹਾ ਹੈ, ਨਵੀਆਂ ਚੀਜ਼ਾਂ ਜਿਹੜੀਆਂ ਢਿੱਲਾਂ ਮਿਲ ਰਹੀਆਂ ਨੇ, ਪਰ ਦਵਾਈ ਹਲੇ ਆਈ ਨਹੀਂ। ਬਿਲਕੁਲ ਬੈਨੀਪਾਲ ਸਾਹਿਬ, ਇਹ ਕੋਵਿਡ-19 ਦੀ ਸਿਚੁਏਸ਼ਨ ਬੜੀ ਅਜੀਬ ਆ, ਪਰ ਸਿਆਸਤ ਪੰਜਾਬ ਦੀ ਗਰਮ ਹੈ ਜੀ। ਅਗਲੇ ਕਹਿੰਦੇ ਜੋ ਕੁਛ ਮਰਜ਼ੀ ਹੋ ਜਾਵੇ, ਡਾਂਗੋ ਡਾਂਗੀ ਅਸੀਂ ਹੋਣਾ ਹੀ ਆ। ਹੁਣ ਥੋੜੇ ਘੰਟੇ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਯੂਥ ਕਾਂਗਰਸ ਦੇ ਵਰਕਰਾਂ ਨੂੰ, ਲੀਡਰਾਂ ਨੂੰ ਸੰਬੋਧਨ ਕੀਤਾ ਸੀ ਜੀ। ਉਹਦੇ ਵਿੱਚ ਉਹਨਾਂ ਬੇਅਦਬੀ ਕਾਂਡ ਦੀ ਜ਼ਿਕਰ ਵੀ ਕੀਤਾ, ਉਹਦੇ ਵਿੱਚ ਉਹਨਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਦਾ ਜ਼ਿਕਰ ਵੀ ਕੀਤਾ। ਪਰ ਇੱਕ ਗੱਲ ਉੱਥੇ ਇਹ ਆਖੀ ਗਈ ਸੀ ਕਿ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਨੇ ਜੇ ਉਹ ਹੱਲ ਨਹੀਂ ਹੁੰਦੀਆਂ, ਕਿਸੇ ਨਾਲ ਕੋਈ ਧੱਕਾ ਹੁੰਦਾ ਜਾਂ ਕੁਝ ਵੀ ਹੁੰਦਾ, ਯੂਥ ਕਾਂਗਰਸ ਦੇ ਵਰਕਰਾਂ ਦੀਆਂ ਸੰਤੁਸ਼ਟੀਆਂ ਦੇ ਲਈ ਅਸੀਂ ਅਫਸਰਾਂ ਦੀ ਡਿਊਟੀ ਲਾ ਦਿਆਂਗੇ ਜੀ। ਸਿੱਧਾ ਕਿਹਾ ਕਿਵੇਂ ਕਿਹਾ, ਇੱਕ ਵੱਖਰੀ ਗੱਲ ਆ, ਪਰ ਅਕਾਲੀ ਦਲ ਟੁੱਟ ਕੇ ਪੈ ਗਿਆ ਜੀ। ਡਾਕਟਰ ਦਲਜੀਤ ਸਿੰਘ ਚੀਮਾ ਸਪੋਕਸ ਪਰਸਨ ਨੇ ਅਕਾਲੀ ਦਲ ਦੇ, ਜਦੋਂ ਵੀ ਕੋਈ ਮੁੱਦਾ ਸਾਹਮਣੇ ਆਉਂਦਾ ਡਾਕਟਰ ਦਲਜੀਤ ਸਿੰਘ ਚੀਮਾ ਆ ਕੇ ਬੋਲਦੇ ਆ। ਉਹ ਕਹਿੰਦੇ ਕਿ ਸਿਆਸੀਕਰਨ ਕੀਤਾ ਜਾ ਰਿਹਾ ਜੀ। ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਹੱਕ ਕੀ ਹੈ ਕਿ ਲੋਕਾਂ ਦੇ ਸੇਵਕ, ਜਾਨੀ ਕਿ ਜਿਹੜੇ ਅਫਸਰ ਨੇ ਜਿਨ੍ਹਾਂ ਨੂੰ ਸਰਕਾਰੀ ਖਜ਼ਾਨੇ ਚੋਂ ਤਨਖਾਹ ਮਿਲਦੀ ਹੈ, ਲੋਕਾਂ ਦੇ ਪ੍ਰਤੀ ਜਵਾਬਦੇਹ ਤਾਂ ਹੋ ਸਕਦੇ ਆ, ਪਰ ਇਹ ਕੀ ਗੱਲ ਹੋਇਆ ਕਿ ਯੂਥ ਕਾਂਗਰਸ ਦੇ ਨੁਮਾਇੰਦਿਆਂ ਦੀਆਂ ਸਮੱਸਿਆਵਾਂ ਹੱਲ ਕਰਨਗੇ, ਉਹਨਾਂ ਦੇ ਕੇਸਾਂ ਨੂੰ ਉਹਨਾਂ ਨੂੰ ਜਾਣਕਾਰੀ ਦੇਣਗੇ ਕਿ ਭਈ ਆ ਕਿਸ ਕਿੱਥੇ ਪਹੁੰਚਾ ਤੇ ਕਿੱਥੇ ਨਹੀਂ ਪਹੁੰਚਾ। ਇਹਦਾ ਮਤਲਬ ਹੈ ਉਹ ਕਹਿੰਦੇ ਕਿ ਅਸਲ ਦੇ ਵਿੱਚ ਹੋਇਆ ਕੀ ਹੈ ਕਿ ਬਰਗਾੜੀ ਵਾਲੇ ਮੁੱਦੇ ਤੇ, ਬੇਅਦਬੀ ਵਾਲੇ ਮੁੱਦੇ ਤੇ ਪਹਿਲਾਂ ਤਾਂ ਜਾਖੜ ਸਾਹਿਬ ਅਕਾਲੀਆਂ ਨੂੰ ਐਂ ਕਰਦੇ ਸੀ ਕਿ ਭਾਈ ਫਲਾਣੇ ਬੰਦੇ ਨੇ ਵੀ ਅਕਾਲੀਆਂ ਦੋਸ਼ ਲਾਤਾ ਤੇ ਉਹਨਾਂ ਦੀ ਸਪੋਰਟ ਕਰਦੇ ਸੀ। ਹੁਣ ਜਾਖੜ ਸਾਹਿਬ ਚੁੱਪ ਕਰ ਗਏ ਤੇ ਕੈਪਟਨ ਅਮਰਿੰਦਰ ਸਿੰਘ ਯੂਥ ਕਾਂਗਰਸ ਦੇ ਲੀਡਰਾਂ ਨੂੰ ਅੱਗੇ ਲਾ ਰਹੇ ਆ। ਹੁਣ ਸਿਆਸੀਕਰਨ ਕਿੰਨਾ ਕੁ ਹੋ ਰਿਹਾ ਹੈ, ਕਿੰਨਾ ਕੁ ਨਹੀਂ ਹੋ ਰਿਹਾ ਤਾਂ ਪਤਾ ਨਹੀਂ, ਪਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਸਵਾਲ ਚੁੱਕਿਆ ਸੀ ਕਿ ਭਾਈ ਸੀਬੀਆਈ ਵਾਲੀ ਸਾਡੀਆਂ ਫਾਈਲਾਂ ਵਾਪਸ ਨਹੀਂ ਕਰਦੇ, ਅਸੀਂ ਸੀਬੀਆਈ ਵਾਲੇ ਤੋਂ ਫਾਈਲਾਂ ਲੈ ਕੇ ਨਿਰਪੱਖ ਜਾਂਚ ਵੇਲੇ ਸਿਰ ਕਰਨਾ ਚਾਹੁੰਦੇ ਆ। ਅਕਾਲੀ ਦਲ ਕੇਂਦਰ ਦੇ ਵਿੱਚ ਭਾਈਵਾਲ ਹੈ। ਮੈਨੂੰ ਲੱਗਦਾ ਕਿ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਨੂੰ ਉਸ ਮੁੱਦੇ ਦੇ ਉੱਤੇ ਵੀ ਜਵਾਬ ਦੇਣਾ ਚਾਹੀਦਾ ਸੀ, ਪਰ ਇਹ ਗੱਲ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੀ ਕੁਝ ਹੱਦ ਤੱਕ ਜਾਇਜ਼ ਹੈ ਕਿ ਜੇ ਤਾਂ ਪੰਜਾਬ ਦੇ ਸਾਰੇ ਲੋਕਾਂ ਨੂੰ ਜਵਾਬਦੇਹੀ ਹੈ ਫਿਰ ਤਾਂ ਅਫਸਰ ਦੀ ਡਿਊਟੀ ਬਣਦੀ ਹੈ, ਪਰ ਜੇ ਕਿਸੇ ਪੋਲੀਟੀਕਲ ਪਾਰਟੀ ਦੇ ਇੱਕ ਵਿੰਗ ਦੇ ਪ੍ਰਤੀ ਜਵਾਬਦੇਹੀ ਹੈ ਉਹ ਕੰਮ ਔਖਾ ਜੀ। ਬਾਟ ਸਾਹਿਬ, ਇੱਕ ਇਹਦੇ ਤੇ ਬਹੁਤ ਧਿਆਨ ਵਾਲੀ ਗੱਲ ਹੈ ਕਿ ਜਦੋਂ ਇਹ ਬੇਅਦਬੀ ਹੋਈ ਉਸ ਵਕਤ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਸਾਂਝੀ ਸਰਕਾਰ ਸੀ ਜੀ। 17-18 ਮਹੀਨੇ ਉਹ ਸਰਕਾਰ ਵੀ ਚੱਲਦੀ ਰਹੀ। ਉਹਦੇ ਤੋਂ ਬਾਅਦ ਆ ਕਾਂਗਰਸ ਸਰਕਾਰ ਵੀ ਲਗਭਗ 3.5 ਸਾਲ ਦਾ ਆਪਣਾ ਕਾਰਜਕਾਲ ਪੂਰਾ ਕਰ ਚੁੱਕੀ ਹੈ। ਕਹਿਣ ਦਾ ਭਾਵ ਲਗਭਗ 5 ਸਾਲ ਹੋ ਗਏ ਆ ਬੇਅਦਬੀ ਕਾਂਡ ਵਾਪਰੇ ਨੂੰ। ਉਹਦੇ ਤੋਂ ਬਾਅਦ ਜੇ ਸੀਬੀਆਈ ਜਾਂਚ ਕਰ ਰਹੀ ਸੀ, ਜੇ ਹੁਣ ਅਸੀਂ ਇਕੱਲੀ ਏਜੰਸੀ ਦੇ ਕੋਲੋਂ ਕਦੇ ਜਾਂਚ ਲੈ ਲਈ, ਕਦੇ ਜਾਂਚ ਦੇਤੀ, ਕਦੇ ਜਾਂਚ ਲੈ ਲਈ, ਕਦੇ ਜਾਂਚ ਦੇ ਲਈ, ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਸਿਆਸਤ ਹੈ। ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਚੱਲ ਰਹੀ ਸੀ, ਉਦੋਂ ਕਾਂਗਰਸ ਵਾਲੇ ਵਿਰੋਧੀ ਧਿਰ ਦੇ ਵਿੱਚ ਸੀ ਜੀ। ਉਦੋਂ ਕਾਂਗਰਸ ਵਾਲੇ ਕਹਿੰਦੇ ਸੀ ਕਿ ਬਿਲਕੁਲ ਸਹੀ ਗੱਲ ਹੈ ਕਿ ਸੀਬੀਆਈ ਨੂੰ ਜਾਂਚ ਦੇ ਦਿੱਤੀ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ, ਕੇਂਦਰ ਦੀ ਜਾਂਚ ਏਜੰਸੀ ਹੈ। ਹੁਣ ਜੇਕਰ ਇਹ ਜਾਂਚ ਲੈਣੀ ਹੋਈ ਸੀ, ਕੀ ਹੁਣ 1.5 ਸਾਲ ਪਹਿਲਾਂ ਇਹਨਾਂ ਨੂੰ ਸੁਪਨਾ ਆਇਆ ਕਿ ਅਸੀਂ ਸੀਬੀਆਈ ਤੋਂ ਜਾਂਚ ਵਾਪਸ ਲੈਣੀ ਹੈ ਤੇ ਹੁਣ ਅਸੀਂ ਕਿਸੇ ਪੰਜਾਬ ਦੀ ਆਜ਼ਾਦ ਏਜੰਸੀ ਨੂੰ ਜਾਂਚ ਦੇਣੀ ਹੈ। ਜੇ ਉਦੋਂ ਲੱਗਦਾ ਸੀ ਕਿ ਭਾਈ ਉਦੋਂ ਇਹਨਾਂ ਦੀ ਸਾਂਝ ਹੈਗੀ ਹੈ, ਉੱਪਰ ਇਹਨਾਂ ਨੇ ਸੀਬੀਆਈ ਨੂੰ ਜਾਂਚ ਇਸ ਕਰਕੇ ਦਿੱਤੀ ਹੈ ਕਿ ਕੇਂਦਰ ਦੇ ਵਿੱਚ ਭਾਈਵਾਲ ਆ। ਜਦੋਂ 2017 ਦੇ ਵਿੱਚ ਸਰਕਾਰ ਬਣ ਗਈ ਸੀ ਕਿ ਉਦੋਂ ਇਹਨਾਂ ਨੇ ਸੋਚੀ ਨਹੀਂ ਗੱਲ ਕਿ ਸੀਬੀਆਈ ਵਾਲੇ ਭਾਈ ਆਨਾਕਾਨੀ ਕਰ ਰਹੇ ਨੇ, ਇਹਨਾਂ ਨੇ ਨਿਰਪੱਖ ਜਾਂਚ ਕਰਕੇ ਨਹੀਂ ਦੇਣੀ। ਤੇ ਜੇਕਰ ਸੀਬੀਆਈ ਨਿਰਪੱਖ ਜਾਂਚ ਕਰਕੇ ਦੇਣ ਦਾ ਹੁਣ ਸੁਪਨਾ ਆਇਆ ਹੈ, ਸਵਾਲ ਸਭ ਤੋਂ ਵੱਡਾ ਆ ਕਿ 2017 'ਚ ਕਿਉਂ ਯਾਦ ਨਹੀਂ ਆਇਆ। ਹੁਣ ਇਹਨਾਂ ਨੂੰ ਇਹ ਵੀ ਪਤਾ ਹੈ
ਕਿ ਐਡਾ ਸੁਖਾਲਾ ਕੰਮ ਨਹੀਂ ਕਿ ਇੱਕ ਏਜੰਸੀ ਤੋਂ ਜਾਂਚ ਲੈ ਲੈਣੀਆਂ, ਫਾਈਲਾਂ ਵਾਪਸ ਲੈ ਕੇ ਦੂਸਰੀ ਏਜੰਸੀ ਨੂੰ ਦੇ ਦੇਣੀਆਂ ਨੇ। ਮੈਨੂੰ ਲੱਗਦਾ ਕਿ ਇਹ ਲਾਰਿਆਂ 'ਚ ਲੰਘੂ, ਭਾਵੇਂ ਅਕਾਲੀ ਦਲ ਵਾਲੇ ਨੇ, ਭਾਵੇਂ ਆਪਾਂ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ। ਸਿਆਸਤ ਇਸ ਮੁੱਦੇ ਤੇ ਰੱਜ ਕੇ ਹੋ ਰਹੀ ਹੈ ਜੀ। ਜੇ ਸਿਆਸਤ ਨਾ ਹੋਈ ਹੁੰਦੀ ਤਾਂ 5 ਸਾਲ ਇਨਸਾਫ ਲੈਣ ਨੂੰ ਲੱਗਣੇ ਨਹੀਂ ਸੀ ਚਾਹੀਦੇ। ਇੱਕ ਪਾਸੇ ਅਸੀਂ ਕਹਿੰਦੇ ਕਿ ਸਾਡੇ ਹਾਜ਼ਰ ਹਜ਼ੂਰ ਜ਼ਾਹਿਰਾ ਜ਼ਹੂਰ ਜਗਤ ਗੁਰੂ ਨੇ, ਤੇ ਦੂਸਰੇ ਪਾਸੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਭਾਵੇਂ ਅਕਾਲੀ ਭਾਜਪਾ ਦੀ ਸੀ, ਅਕਾਲੀ ਵੀ ਕਹਿੰਦੇ ਨੇ ਅਸੀਂ ਪੰਥਕ ਸਰਕਾਰ ਹੈ, ਪਰ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਦੇ ਵਿੱਚ ਵੀ ਦੇਖੀ ਹੋਈ ਹੈ ਕਿ ਸਭ ਤੋਂ ਵੱਧ ਪੰਥਕ ਬੰਦਾ ਇਹੀ ਹੈ। ਹੁਣ ਦੋਵੇਂ ਪੰਥਕ ਗਿਣੇ ਜਾਣ ਵਾਲੇ ਲੋਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੋਵੇ, ਹਾਲੇ ਤੱਕ ਕੋਈ ਇਨਸਾਫ ਨਾ ਦਵਾ ਸਕੇ ਹੋਣ, ਤੇ ਫਿਰ ਰਾਜਨੀਤੀ ਨਹੀਂ ਤਾਂ ਹੋਰ ਕੀ ਹੈ। ਬੈਨੀਪਾਲ ਸਾਹਿਬ ਸਮਾਂ ਥੋੜਾ ਹੋਇਆ ਨਾ ਜੀ 3.5 ਸਾਲ ਹੀ ਹੋਇਆ। 3.5 ਸਾਲ 4 ਲਾ ਲਓ, ਇੱਥੇ ਤੱਕ ਕਈ ਦਹਾਕੇ ਬੀਤ ਜਾਂਦੇ। ਉਹਦੇ ਤੋਂ ਬਾਅਦ ਗੱਲ ਚੱਲਦੀ ਆ ਰਾਜਸਥਾਨ ਦੇ ਵਿੱਚ ਇੱਕ ਕੇਸ ਦਾ ਹੁਣੇ ਜ਼ਿਕਰ ਕੀਤਾ ਗਿਆ ਸੀ ਕਿ ਭਾਈ 35 36 37 38 ਸਾਲ ਬਾਅਦ ਜਿਹੜਾ ਇਨਸਾਫ ਮਿਲਿਆ, ਪਤਾ ਨਹੀਂ ਕਿੰਨਾ ਕੁ ਮਿਲਿਆ, ਜੇ ਉੱਪਰਲੀਆਂ ਅਦਾਲਤਾਂ 'ਚ ਚਲੇ ਜਾਣਾ ਹੈ। ਬਹੁਤੀ ਆਸਤਾ ਨਹੀਂ ਰੱਖੀ ਜਾ ਸਕਦੀ। ਹਾਂ, ਆਹ ਜਿਹੜਾ ਇੱਕ ਥਾਲ ਦੇ ਵਿੱਚ ਰੱਖ ਦਿੱਤਾ ਗਿਆ ਬਤਾਊਂ, ਤੇ ਕਦੇ ਐ ਨੂੰ ਚਲੇ ਜਾਂਦਾ ਤੇ ਕਦੇ ਆਉਂ ਨੂੰ ਚਲੇ ਜਾਂਦਾ। ਉਹ ਥਾਲ 'ਚ ਬਤਾਊਂ ਰੱਖਿਆ ਕਿ ਕੇਂਦਰ ਨਹੀਂ ਹੋਣ ਦਿੰਦਾ, ਉਹ ਕਹਿੰਦੇ ਸੂਬਾ ਨਹੀਂ ਹੋਣ ਦਿੰਦਾ, ਫਲਾਨਾ ਨਹੀਂ ਹੋਣ ਦਿੰਦਾ, ਧਮਕਾਨਾ ਨਹੀਂ ਹੋਣ ਦਿੰਦਾ। ਲੱਗਦਾ ਨਹੀਂ ਇਹ ਗੱਲ ਠੀਕ ਹੈ ਕਿ 2022 ਤੱਕ ਇਹ ਮਸਲਾ ਰੇੜਕੇ 'ਚ ਰਹੂਗਾ। ਲੋਕ ਦਰੀਆਂ ਤੇ ਬੈਠੇ ਹੋਣਗੇ, ਸਪੀਕਰ ਲੱਗਾ ਹੋਊਗਾ, ਲੀਡਰ ਆਇਆ ਕਰਨਗੇ। ਇੱਕ ਕਿਆ ਕਰੂਗਾ, ਦੇਖਿਆ 5 ਸਾਲ ਲੰਘ ਗਏ, ਕੱਖ ਨਹੀਂ ਇਨਸਾਫ ਦਿੱਤਾ, ਤੁਹਾਡੇ ਤੋਂ ਝੂਠ ਬੋਲ ਕੇ ਵੋਟਾਂ ਲੈ ਗਿਆ ਸੀ। ਦੂਸਰਾ ਆਇਆ ਕਰੂਗਾ, ਉਹ ਦੇਖੋ ਭਾਈ ਅਸੀਂ ਤਾਂ ਇਨਸਾਫ ਦੇਣ ਨੂੰ ਤਿਆਰ ਬੈਠੇ ਸੀ, ਸਰਕਾਰ ਇਹਨਾਂ ਦੀ ਕੇਂਦਰ 'ਚ ਹੈ, ਇਹਨਾਂ ਨੇ CBI ਨੂੰ ਕਹਿ ਕੇ ਸਾਨੂੰ ਫਾਈਲਾਂ ਵਾਪਸ ਨਹੀਂ ਕਰਾਈਆਂ, ਆਹ ਕੰਮ ਇਸ ਕਰਕੇ ਹੋ ਗਿਆ। ਹੁਣ ਠੀਕ ਹੈ ਭਾਈ, ਲੋਕੀ ਸੁਣਨਗੇ, ਵੋਟਾਂ ਜਿਹਨੂੰ ਜੀ ਕਰਦਾ ਉਹ ਪਾ ਦੇਣਗੇ। ਹੁਣ ਬੈਨੀਪਾਲ ਸਾਹਿਬ, ਪੰਜਾਬ ਖੇਤੀ ਤੇ ਨਿਰਭਰ ਕਰਦਾ, ਖੇਤੀ ਮੋਟਰ ਤੇ ਨਿਰਭਰ ਕਰਦੀ, ਮੋਟਰ 'ਚੋਂ ਪਾਣੀ ਨਿਕਲਦਾ, ਫਸਲ ਸਿੰਜੀ ਜਾਂਦੀ ਹੈ, ਫਿਰ ਵੱਡੀ ਹੁੰਦੀ ਹੈ। ਹੁਣ ਪਿਛਲੇ ਸਮੇਂ 'ਚ ਇੱਕ ਬਹੁਤ ਵੱਡਾ ਰੌਲਾ ਪੈਂਦਾ ਰਿਹਾ ਜੀ, ਕਿਸਾਨਾਂ ਨੂੰ ਦਿੱਤੀ ਹੈ ਮੁਫਤ ਬਿਜਲੀ ਦੀ ਸਹੂਲਤ ਕਿ ਭਾਈ ਤੁਸੀਂ ਪਾਣੀ ਲਾਓ, ਤੁਹਾਨੂੰ ਬਿੱਲ ਨਹੀਂ ਦੇਣਾ ਪਊ। ਬੀਬੀ ਭੱਠਲ ਨੇ ਵੀ ਇੱਕ ਵਾਰੀ ਵਧਾ ਘਟਾ ਦਿੱਤੇ ਸੀ ਬਿੱਲ, ਹਰਚਰਨ ਸਿੰਘ ਬਰਾੜ ਹੋਰਾਂ ਵਾਰੀ ਵੀ ਚਰਚਾ ਚੱਲਦੀ ਰਹੀ, ਕਪਤਾਨ ਸਾਹਿਬ ਨੇ ਬਾਦਲ ਸਾਹਿਬ ਦੇ ਮਾਫ ਕੀਤੇ, ਪਹਿਲਾਂ ਅੱਧੇ ਕਲਾਤ ਤੇ ਮੁੜ ਕੇ ਮਾਫ ਕਰਤੇ, ਕਈ ਕੁਛ ਚੱਲਿਆ। ਹੁਣ ਫਿਰ ਇੱਕ ਵਾਰੀ ਚਰਚਾ ਚੱਲਦੀ ਸੀ, ਪਿਛਲੇ ਦਿਨਾਂ 'ਚ ਰੌਲਾ ਪਿਆ ਕਿ ਕੇਂਦਰ ਸਰਕਾਰ ਦੀ ਇੱਕ ਪਾਲਿਸੀ ਇਦਾਂ ਦੀ ਆਈ ਆ ਜਿਹਦੇ ਕਰਕੇ ਕਿਸਾਨਾਂ ਤੋਂ ਬਿਜਲੀ ਦੇ ਬਿੱਲ ਵਸੂਲੇ ਜਾਣਗੇ ਜੀ। ਬਿੱਲ ਵਸੂਲਣ ਦੇ ਲਈ ਚਾਹੇ ਸਰਕਾਰ ਸੂਬੇ ਦੀ ਜੇ ਚਾਹੁੰਦੀ ਹੈ ਕਿ ਅਸੀਂ ਸਬਸਿਡੀ ਦੇਣੀ, ਸਿੱਧੀ ਉਹਨਾਂ ਦੇ ਖਾਤਿਆਂ 'ਚ ਪਾ ਦੇਵੇ। ਚਲੋ ਗੱਲ ਸਮਝ ਆ ਗਈ। ਸੂਬਾ ਸਰਕਾਰ ਨੇ ਵਿਰੋਧ ਕੀਤਾ ਸੀ। ਹੁਣ ਦੂਸਰੀ ਗੱਲ ਹੈ ਕਿ ਬਿੱਲ ਕਿੰਨਾ ਲਿਆ ਜਾਵੇ, ਕੋਈ 2.5 ਦੀ ਮੋਟਰ ਹੈ, ਕੋਈ 3 ਦੀ ਮੋਟਰ ਹੈ, ਕੋਈ 5 ਦੀ ਮੋਟਰ ਹੈ, ਕੋਈ 7.5 ਦੀ ਮੋਟਰ ਹੈ, 12 ਦੀ ਮੋਟਰ, ਪਤਾ ਨਹੀਂ ਕਿੱਥੇ ਕਿੱਥੇ ਤੱਕ। 3 5 7 ਵਾਲਾ ਤਾਂ ਕੰਮ ਖਤਮ ਹੋ ਗਿਆ ਜੀ। ਹੁਣ ਉਹ ਜਿਹੜੀਆਂ ਮੋਟਰਾਂ ਦੇ ਬਿੱਲ ਕਿੱਦਾਂ ਲਏ ਜਾਣੇ ਆ, ਕੀ ਮੀਟਰ ਲਾ ਕੇ ਲਏ ਜਾਣੇ ਆ, ਜਿੰਨੀ ਦੇਰ ਚੱਲਦੀ ਹੈ। ਕਿਉਂਕਿ ਇਹ ਵੀ ਕਿਹਾ ਜਾਂਦਾ ਸੀ ਕਿ ਕਈ ਕਿਸਾਨ ਐਵੇਂ ਮੋਟਰਾਂ ਚਲਾ ਰੱਖਦੇ ਆ, ਪਰ ਪਤਾ ਨਹੀਂ ਉਹ ਕਿਹੜੇ ਕਿਸਾਨ ਨੇ ਜਿਹੜੇ ਐਵੇਂ ਚਲਾ ਰੱਖਦੇ ਆ। ਕਿਸਾਨ ਕਹਿੰਦੇ ਸੀ ਕਿ ਅਸੀਂ ਮੋਟਰਾਂ ਦੇ ਉੱਤੇ ਮੀਟਰ ਨਹੀਂ ਲੱਗਣ ਦੇਣੇ, ਮੀਟਰ ਨਾਲ ਪਤਾ ਲੱਗਣਾ ਸੀ ਕਿ ਕਿੰਨੀ ਬਿਜਲੀ ਫੂਕੀ ਹੈ। ਪਰ ਹੁਣ ਜ਼ਿਲ੍ਹਾ ਮੇਰੇ ਖਿਆਲ ਪਟਿਆਲਾ ਸਮਾਣੇ ਦਾ ਇਲਾਕਾ, ਉੱਥੇ ਪਾਵਰਕਾਮ ਵਾਲੇ ਬਿਜਲੀ ਬੋਰਡ ਵਾਲੇ ਆਏ ਤੇ ਚੁੱਪ ਕਰਕੇ ਮੀਟਰ ਮੋਟਰਾਂ ਦੇ ਉੱਤੇ ਲਾਉਣ ਲੱਗ ਪਏ। ਕਿਸਾਨਾਂ ਨੂੰ ਪਤਾ ਲੱਗਾ, ਉਹਨਾਂ ਨੇ ਕਿਸਾਨ ਜਥੇਬੰਦੀਆਂ ਵਾਲਿਆਂ ਨੂੰ ਫੋਨ ਕਰਤਾ। ਕਿਸਾਨ ਜਥੇਬੰਦੀਆਂ ਵਾਲੇ ਆਏ, ਉਹਨਾਂ ਨੇ ਪਾਵਰਕਾਮ ਦੇ ਕਰਮਚਾਰੀ ਘੇਰ ਕੇ ਬਿਠਾ ਲਿਆ ਕਿ ਭਾਈ ਤੁਸੀਂ ਕਿਤੇ ਜਾਣਾ ਨਹੀਂ, ਬੰਦੀ ਬਣਾ ਲਿਆ ਇੱਕ ਕਿਸਮ ਦੇ ਨਾਲ। ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਹੌਲੀ ਹੌਲੀ ਮੋਟਰਾਂ ਦੇ ਉੱਤੇ ਮੀਟਰ ਲਾਏ ਜਾਣਗੇ, ਪਤਾ ਕੀਤਾ ਜਾਊਗਾ ਕਿ ਕਿਹੜਾ ਬੰਦਾ ਕਿੰਨੀ ਬਿਜਲੀ ਫੂਕਦਾ, ਉਹਦੇ ਤੋਂ ਬਾਅਦ ਉਹਨਾਂ ਨੂੰ ਉਸ ਹਿਸਾਬ ਨਾਲ ਬਿੱਲ ਭੇਜੇ ਜਾਣਗੇ। ਸ਼ੁਰੂਆਤੀ 5-4 ਮਹੀਨਿਆਂ ਦੇ ਵਿੱਚ ਉਸ ਬਿੱਲ ਦੀ ਅਦਾਇਗੀ ਸਿੱਧੀ ਬੈਂਕ ਖਾਤਿਆਂ 'ਚ ਕਰਤੀ ਜਾਊਗੀ, ਬਾਅਦ ਵਿੱਚ ਲੰਮ ਲੇਟ ਕਰਨ ਲੱਗ ਪੈਣਾ, ਹੌਲੀ ਹੌਲੀ ਬਿੱਲ ਕਿਸਾਨਾਂ ਦੇ ਗਲ ਪਾ ਦੇਣੇ। ਦੇਖੋ ਜਿਹੜੇ ਬਹੁਤ ਵੱਡੇ ਕਿਸਾਨ ਨੇ ਉਹਨੂੰ ਤਾਂ ਬਿੱਲ ਦੇਣੇ ਚਾਹੀਦੇ ਆ, ਛੋਟਾ ਕਿਸਾਨ ਇੰਨੇ ਜੋਗਾ ਹੈ ਨਹੀਂ। ਪਰ ਹੁਣ ਪਾਵਰਕਾਮ ਦੇ ਵੱਡੇ ਅਧਿਕਾਰੀ ਆਏ, ਇਹ ਕਹਿ ਕੇ ਕਿ ਭਾਈ ਅਸੀਂ ਮੀਟਰ ਨਹੀਂ ਲਾਉਂਦੇ, ਅਸੀਂ ਤਾਂ ਸਿਰਫ ਇਹ ਪਤਾ ਕਰਨਾ ਸੀ ਕਿ ਕਿੰਨੀ ਬਿਜਲੀ ਜਾਇਆ ਹੁੰਦੀ ਹੈ, ਅਸੀਂ ਪਿੱਛੋਂ ਕਿੰਨੀ ਭੇਜਦੇ ਹਾਂ, ਤੁਹਾਡੇ ਤੱਕ ਕਿੰਨੀ ਅੱਪੜਦੀ ਹੈ। ਪਰ ਕਿਸਾਨਾਂ ਦੇ ਵਿਰੋਧ ਕਰਕੇ ਹਾਲ ਦੀ ਘੜੀ ਦਾ ਕੰਮ ਠੱਪ ਹੋ ਗਿਆ। ਪਰ ਠੱਪ ਤਾਂ ਬਹੁਤ ਕੁਝ ਹੋਇਆ ਸੀ। ਜਦੋਂ ਪਾਵਰਕਾਮ ਬਿਜਲੀ ਬੋਰਡ ਪ੍ਰਾਈਵੇਟ ਕਰਨਾ ਸੀ ਉਦੋਂ ਵੀ ਵਿਰੋਧ ਅਸੀਂ ਅਗਲਿਆਂ ਨੇ ਕਰਤਾ। ਜਦੋਂ ਖੇਤੀਬਾੜੀ ਦੇ ਆਰਡੀਨੈਂਸਾਂ ਦਾ ਮੁੱਦਾ ਸੀ ਵਿਰੋਧ ਹੋ ਰਿਹਾ, ਪਰ ਅਗਲੇ ਚੱਕੀ ਜਾਂਦੇ ਫੱਟੇ। ਜਦੋਂ ਹੋਰ ਕਈ ਅਦਾਰੇ ਸੀ ਉਹਨਾਂ ਨੂੰ ਕਰਨਾ ਸੀ ਪ੍ਰਾਈਵੇਟ, ਬੜਾ ਵਿਰੋਧ ਹੋਇਆ, ਪਰ ਅਗਲਿਆਂ ਕਰਤੇ। ਕੰਮ ਲੱਗਦਾ ਇਹ ਵੀ ਹੋ ਜਾਣਾ। ਮੈਨੂੰ ਦੱਸੋ, ਜਿਹੜੇ ਪਾਵਰਕਾਮ ਵਾਲੇ ਆ ਇਹ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਮਹਿਕਮਾ? ਅਧੀਨ ਆਉਂਦੇ ਆ, ਪਰ ਹੈ ਅੱਧਾ ਕੁ ਪ੍ਰਾਈਵੇਟ ਹੀ ਆ। ਦੇਖੋ ਇੱਥੇ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਜਦੋਂ ਪੰਜਾਬ ਇਲੈਕਟ੍ਰਿਸਿਟੀ ਬੋਰਡ ਹੁੰਦਾ ਸੀ ਜੀ, ਉਹਦੇ ਤੋਂ ਬਾਅਦ ਇਹ ਪਾਵਰਕਾਮ ਬਣ ਗਿਆ। ਹੁਣ ਪੰਜਾਬ ਦੇ ਵਿੱਚ ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਦੀ, ਭਾਵੇਂ ਕੋਈ ਸਰਕਾਰੀ ਅਦਾਰਾ, ਭਾਵੇਂ ਕੋਈ ਗੈਰ ਸਰਕਾਰੀ ਅਦਾਰਾ, ਜਿਹੜੇ ਸਰਕਾਰ ਦੇ ਦਿਸ਼ਾ ਨਿਰਦੇਸ਼ ਨੇ ਉਹਨਾਂ ਤੋਂ ਬਾਹਰ ਤਾਂ ਨਹੀਂ ਕੰਮ ਕਰ ਸਕਦੇ। ਆਪਾਂ ਵੇਖਦੇ ਹਾਂ ਕਿ ਕਈ ਵਾਰੀ ਕਹਿੰਦੇ ਨੇ ਕਿ ਇਹਨੂੰ ਬੰਦ ਕਰ ਦਿਓ, ਇਹ ਉਲੰਘਣਾ ਕਰ ਰਿਹਾ ਸੀ, ਇਹ ਕਾਨੂੰਨ ਦੇ ਵਿੱਚ ਅਵੱਗਿਆ ਕਰ ਰਿਹਾ, ਇਹ ਨਹੀਂ ਚੱਲਣਾ ਚਾਹੀਦਾ। ਬੀਤੇ ਦਿਨਾਂ ਦੇ ਵਿੱਚ ਜਦੋਂ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਕਿ ਬਿਜਲੀ ਦੇ ਬਿੱਲ ਦੁਬਾਰਾ ਲਾ ਦਿੱਤੇ ਜਾਣਗੇ, ਸ਼੍ਰੋਮਣੀ ਅਕਾਲੀ ਦਲ ਨੇ ਵੀ ਆਖਿਆ ਸੀ ਕਿ ਸਾਡੀ ਸਰਕਾਰ ਦੇ ਵਿੱਚ ਅਸੀਂ ਕਿਸੇ ਬਿੱਲ ਨਹੀਂ ਲਵਾਂਗੇ। ਇਹ ਕੈਪਟਨ ਨੂੰ ਪੁੱਛੋ, ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਠੋਕ ਵਜਾ ਕੇ ਕਹੀ ਸੀ।
ਉਹ ਕਹਿੰਦੇ ਦੇਖੋ ਜਿੰਨੀ ਦੇਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੈ, ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਮੇਰੀ ਸਰਕਾਰ ਹੈ, ਜਿੰਨੀ ਦੇਰ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਰਹੂਗਾ, ਜਿੰਨੀ ਦੇਰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ 'ਚ ਸਰਕਾਰ ਰਹੂਗੀ, ਪੰਜਾਬ ਦੇ ਕਿਸਾਨਾਂ ਤੋਂ ਬਿਜਲੀ ਦੇ ਬਿੱਲ ਨਹੀਂ ਲੈ ਜਾਣਗੇ। ਜੇ ਬਿਜਲੀ ਦੇ ਬਿੱਲ ਨਾ ਲੈ ਜਾਣ ਬਾਰੇ ਉਹਨਾਂ ਨੇ ਪੁਖਤਾ ਐਲਾਨ ਬੀਤੇ ਦਿਨੀ ਕੀਤਾ ਤੇ ਫਿਰ ਪਾਵਰਕਾਮ ਵਾਲੇ ਉੱਥੇ ਕੀ ਕਰਨ ਗਏ ਸੀ? ਕੋਈ ਰਿਸ਼ਤੇਦਾਰੀ ਸੀ? ਇਹ ਵੀ ਗੱਲ ਕੋਈ ਸੱਦਾ ਪੱਤਰ ਦੇਣ ਗਏ ਸੀ? ਜਦੋਂ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਕਹੀ ਜਾਂਦਾ ਹੈ ਕਿ ਕਿਸਾਨਾਂ ਤੋਂ ਬਿੱਲ ਲੈ ਨਹੀਂ ਜਾਣੇ, ਤੇ ਉਹ ਕਰਨ ਕੀ ਗਏ ਨੇ? ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਜਾਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਤੇ ਵੀ ਰਾਜਨੀਤੀ ਕਰ ਰਹੇ ਨੇ, ਜਾਂ ਫਿਰ ਉਹਨਾਂ ਦੀਆਂ ਲਗਾਮਾਂ ਕੱਸਣ ਦੀ ਜ਼ਰੂਰਤ ਹੈ, ਜਾਂ ਫਿਰ ਇਹ ਹੈ ਭਾਈ ਉੱਥੇ ਕਿਸੇ ਦਾ ਰਾਜ ਰੂਜ ਨਾਂ ਦਾ ਕੋਈ ਗੱਲ ਨਹੀਂ। ਜੇ ਕੋਈ ਭਾਵੇਂ ਪ੍ਰਾਈਵੇਟ ਅਦਾਰਾ ਭਾਵੇਂ ਸਰਕਾਰੀ ਅਦਾਰਾ ਜਿਹਦੇ ਦਿਲ ਵਿੱਚ ਜੋ ਆਉਂਦਾ ਉਹ ਆਪਣੀ ਨੀਤੀ ਬਣਾਉਂਦਾ ਤੇ ਬਦਨੀਤ ਹੋ ਕੇ ਕੰਮ ਕਰੀ ਜਾਂਦਾ। ਮੈਨੀਪਲ ਸਾਹਿਬ, ਤੁਸੀਂ ਕੀਤੀ ਹੈ ਗਲਤੀ। ਦੱਸੋ ਮਹਾਰਾਜ। ਤੁਹਾਨੂੰ ਇੱਥੇ ਆ ਕੇ ਨਹੀਂ ਕੰਮ ਕਰਨਾ ਚਾਹੀਦਾ ਸੀ। ਤੁਸੀਂ ਪੰਜਾਬ 'ਚੋਂ ਜਾਂਦੇ ਰਾਜਸਥਾਨ, ਰਾਜਸਥਾਨ 'ਚ ਬਣਾਉਂਦੇ ਵੋਟ ਬਣਾ ਕੇ ਲੜਦੇ ਇਲੈਕਸ਼ਨ ਲੜ ਕੇ ਬਣਦੇ MLA, ਪੈਸਾ ਧੇਲਾ ਬਣ ਜਾਂਦਾ ਕਾਫੀ। ਨਹੀਂ, ਹੁਣ ਮੈਂ ਉਹੀ ਦੱਸਣ ਲੱਗਾ ਨਾ, ਜੇ ਤੁਸੀਂ ਰਾਜਸਥਾਨ ਦੇ ਇਸ ਵੇਲੇ ਹੁੰਦੇ MLA, ਤੁਹਾਨੂੰ ਸਵੇਰੇ ਸ਼ਾਮ ਟੈਲੀਫੋਨ ਆਉਣਾ ਸੀ, ਤੁਹਾਨੂੰ ਹੋਟਲ ਦੇ ਵਿੱਚ ਐਨ ਮੁਫਤ 'ਚ ਰੱਖਿਆ ਜਾਣਾ ਸੀ, ਜੋ ਮਰਜ਼ੀ ਖਾਓ ਪੀਓ, ਤੇ ਟੈਚੀ ਤੁਹਾਨੂੰ ਕਹਿੰਦੇ ਨੋਟਾਂ ਦਾ ਆਉਣਾ ਸੀ ਜੀ। ਹੁਣ ਅਸ਼ੋਕ ਗਹਿਲੋਤ ਹੋਰੀ ਜਿਹੜੇ ਨੇ ਉੱਥੋਂ ਦੇ ਚੀਫ ਮਿਨਿਸਟਰ ਨੇ ਜੀ, ਕਾਂਗਰਸ ਪਾਰਟੀ ਦੇ ਲੀਡਰ। ਸਚਿਨ ਪਾਇਲਟ ਉਪ ਮੁੱਖ ਮੰਤਰੀ ਸੀ, ਗੁੱਸੇ ਹੋ ਗਿਆ ਕਿ ਮੈਨੂੰ ਮੁੱਖ ਮੰਤਰੀ ਬਣਾਓ ਜੀ, ਮੇਰਾ ਮੁੱਖ ਮੰਤਰੀ ਤੇ ਹੱਕ ਬਣਦਾ, ਮੈਂ ਮਿਹਨਤ ਬਹੁਤ ਕੀਤੀ ਸੀ, ਪ੍ਰਚਾਰ ਸਾਰਾ ਮੈਂ ਕੀਤਾ, ਤੁਸੀਂ ਗਹਿਲੋਤ ਨੂੰ ਮੁੱਖ ਮੰਤਰੀ ਬਣਾਤਾ ਜੀ। ਉਹ ਬੰਦਾ 18-20 ਬੰਦੇ ਲੈ ਕੇ ਅੱਡ ਹੋ ਗਿਆ। ਬਿਲਕੁਲ। ਹੁਣ ਸਰਕਾਰ ਢਾਉਣੀ ਚਾਹੁੰਦਾ ਸੀ, ਸਰਕਾਰ ਢਿੱਠੀ ਨਹੀਂ। ਸਰਕਾਰ ਇਸ ਕਰਕੇ ਨਹੀਂ ਢਿੱਠੀ ਕਿ ਜਿੰਨੇ ਕੁ ਬੰਦੇ ਉਹਨੇ ਤੋੜਨੇ ਆ ਉਹਨੇ ਤੋਂ ਟੁੱਟੇ ਨਹੀਂ। ਹੁਣ ਅਸ਼ੋਕ ਗਹਿਲੋਤ ਹੋਰੀ ਕਹਿੰਦੇ ਸੀ, ਰਾਜਪਾਲ ਸਾਹਿਬ ਕੋਲ ਜਾਂਦੇ ਸੀ, ਮੋਰੇ ਧਰਨਾ ਪ੍ਰਦਰਸ਼ਨ ਵੀ ਕੀਤਾ ਕਿ ਭਾਈ ਵਿਧਾਨ ਸਭਾ ਦਾ ਸੈਸ਼ਨ ਸੱਦੋ। ਵਿਧਾਨ ਸਭਾ ਦਾ ਜੇ ਸੈਸ਼ਨ ਸੱਦਿਆ ਤਾਂ ਉਹਨਾਂ ਨੇ ਦੱਸ ਦੇਣਾ ਸੀ ਕਿ ਭਾਈ ਆ 200 ਕੋਲ MLA, ਉਹਦੇ ਵਿੱਚੋਂ 103 ਮੇਰੇ ਨਾਲ ਆ, 102 ਮੇਰੇ ਨਾਲ ਆ, ਬਹੁਮਤ ਮੇਰੇ ਕੋਲ ਹੈ। ਹੁਣ ਰਾਜਪਾਲ ਹੋਰੀ ਸੈਸ਼ਨ ਸੱਦਣ ਨਾ, ਕਦੇ ਕੋਵਿਡ ਦੀ ਗੱਲ, ਕਦੇ ਕਿਸੇ ਤਰ੍ਹਾਂ ਦੀ ਗੱਲ, ਕਦੇ ਕਾਨੂੰਨ ਦੀ ਗੱਲ, ਕਦੇ ਨਿਯਮ ਦੀ ਗੱਲ, ਪਰ ਆਖਿਰਕਾਰ ਲਗਾਤਾਰ ਕਾਂਗਰਸ ਪਾਰਟੀ ਨੇ ਦਬਾਅ ਬਣਾਇਆ, ਸਾਰੇ ਦੇਸ਼ 'ਚ ਬਣਾਇਆ। ਹੁਣ ਇਸ ਮਹੀਨੇ ਨਹੀਂ, ਅਗਲੇ ਅਗਸਤ ਮਹੀਨੇ ਦੇ ਅੱਧ ਦੇ ਵਿੱਚ ਸੈਸ਼ਨ ਸ਼ੁਰੂ ਹੋਊਗਾ ਜੀ। ਹੁਣ ਉਦੋਂ ਤੱਕ 15 ਦਿਨ ਭਾਅ ਲੱਗਣੇ ਆ, ਉਦੋਂ ਤੱਕ ਬੋਲੀ ਲੱਗਣੀ ਹੈ। ਜੇ ਦਵਿੰਦਰ ਸਿੰਘ ਦਾ ਰਾਜਸਥਾਨ ਦਾ MLA ਮੇਰੇ ਕਹਿਣ ਲੈ ਲਾ ਯਾਰ 20-25 ਕਰੋੜ ਮਿਲਦਾ, 35 ਕਰੋੜ ਤੱਕ ਗੱਲ ਜਾਂਦੀ ਹੈ, 5-4 ਇਲੈਕਸ਼ਨਾਂ ਵੀ ਲੜ ਲਾਂਗੇ, ਅਗਲੀਆਂ ਪੀੜ੍ਹੀਆਂ ਵੀ ਸਹੂਤ ਹੋ ਕੇ ਖਾਣਗੀਆਂ। ਪਰ ਇਹ ਗੱਲ ਪੱਕੀ ਹੈ ਕਿ ਜੇ ਹੁਣ ਲਗਾਤਾਰ ਬੰਦੇ ਟੁੱਟਦੇ ਆ, ਬਸਪਾ ਦੇ 6 ਦੇ 6 ਕਹਿੰਦੇ ਚੱਲ ਪਿਆ ਕਾਂਗਰਸ ਵੱਲ ਨੂੰ, ਬੀਬੀ ਮਾਇਆਵਤੀ ਬਸਪਾ ਦੀ ਪ੍ਰਧਾਨ ਹੈ, ਉਹ ਰੌਲਾ ਪਾਈ ਜਾਂਦੀ ਆ ਨਾ ਇਹ ਸਾਰੇ ਬੰਦੇ ਯੋਗ ਕਰਾਰ ਦੇ ਦਿਓ, ਇਹਨਾਂ ਬੰਦਿਆਂ ਨੇ ਗਲਤ ਕੀਤਾ ਹੈ, ਇਹ ਗਲਤ ਤਰੀਕੇ ਨਾਲ ਛੱਡ ਕੇ ਗਏ ਆ। ਪਰ ਇੱਕ ਪਾਰਟੀ ਦੇ ਜੇ 6 ਦੇ 6 ਬੰਦੇ ਕਹਿੰਦੇ ਤਾਂ ਉਹ ਜਾ ਸਕਦੇ ਆ। ਹੁਣ ਇਹਦਾ ਮਤਲਬ ਹੈ ਜੇ 6 ਦੇ 6 ਗਏ ਆ, ਜਦੋਂ ਟਿਕਟ ਲੈਣੀ ਸੀ ਪਾਰਟੀ ਕੋਈ ਹੋਰ ਹੈ, ਜਦੋਂ ਹੁਣ ਹੋਰ ਕੁਝ ਹੋ ਗਿਆ ਤਾਂ ਪਾਰਟੀ ਹੋਰ ਹੈ। ਜਦੋਂ ਸਚਿਨ ਪਾਇਲਟ ਦੇ ਸਮਰਥਕਾਂ ਨੇ ਚੋਣ ਲੜੀ ਸੀ ਪਾਰਟੀ ਕਾਂਗਰਸ ਹੈ, ਹੁਣ ਹੋਰ ਪਾਸੇ ਚਲੇ ਗਏ। ਬੋਲੀਆਂ ਲੱਗਣੀਆਂ, ਮੁੱਲ ਭਾਅ ਲੱਗਣੇ ਆ, ਵੇਖਦੇ ਆ ਕਿ ਕਿੰਨੇ ਕੁ ਬੰਦੇ ਖੜੇ ਰਹਿੰਦੇ ਆ ਤੇ ਕਿੰਨੇ ਕੁ ਬੰਦੇ ਤੱਕੜੀ ਚ ਤੁਲਦੇ ਆ। ਬਿਲਕੁਲ 14 ਅਗਸਤ ਨੂੰ ਉਹਨਾਂ ਦਾ ਕਹਿੰਦੇ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਜੀ। ਉਦੋਂ ਤੋਂ ਪਹਿਲਾਂ ਆਪਾਂ ਬੀਤੇ ਕਈ ਦਿਨਾਂ ਤੋਂ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਕਿ ਉਹਨਾਂ ਨੂੰ ਐਨ VIP ਸਹੂਲਤਾਂ ਤੇ ਵਧੀਆ ਹੋਟਲਾਂ ਦੇ ਵਿੱਚ ਰੱਖਿਆ ਹੋਇਆ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਭਾਵੇਂ ਮੁੱਲ ਘੱਟ ਲੱਗੇ ਭਾਵੇਂ ਮੁੱਲ ਵੱਧ ਲੱਗੇ, ਮੁੱਲ ਲੱਗਣਾ ਜ਼ਰੂਰ ਹੈ, ਕਿਉਂਕਿ ਨਹੀਂ ਤੇ ਸਰਕਾਰ ਦਾ ਠੀਕਰਾ ਮੁੱਦਾ ਵੱਜ ਜਾਣਾ। ਚੌਂਕ 'ਚ ਖੜੇ ਕਰਨੇ ਜ਼ਰੂਰ ਹੈ, ਚੌਂਕ 'ਚ ਖੜੇ ਕਰਨੇ ਜ਼ਰੂਰ ਨੇ। ਪਰ ਹੁਣ ਮੁੱਲ ਕਿਹੜਾ ਕਿੰਨਾ ਕੁ ਪਵਾਉਣ ਦੇ ਵਿੱਚ ਕਾਮਯਾਬ ਹੁੰਦਾ ਇਹ ਤਾਂ ਉਹਨੂੰ ਪਤਾ ਹੋਊਗਾ ਕਿ ਰਾਜਨੀਤਿਕ ਕਿਹੜਾ ਕਿੰਨਾ ਕੁ ਡੂੰਘਾ ਹੈ, ਕਿਹਨੂੰ ਆਪਣਾ ਭਾਅ ਚੰਗਾ ਤੇ ਕਿਹਨੂੰ ਮੰਦਾ ਲਵਾਉਣਾ ਆਉਂਦਾ। ਪਰ ਇਹ ਪਿਰਤ ਗਲਤ ਹੈ, ਕਿਉਂਕਿ ਵਾਅਦੇ ਹੋ ਸਕਦਾ ਆਪਣੇ ਪਲੇਟਫਾਰਮ ਤੋਂ ਬਸਪਾ ਵਾਲਿਆਂ ਨੇ ਕੋਈ ਹੋਰ ਕੀਤੇ ਹੋਣ, ਕਾਂਗਰਸ ਨੇ ਹੋਰ ਕੀਤੇ ਹੋਣ, ਭਾਜਪਾ ਨੇ ਹੋਰ ਕੀਤੇ ਹੋਣ, ਪਰ ਜਦੋਂ ਕੱਪੜੇ ਇੱਕ ਦੇ ਲਾ ਕੇ ਦੂਸਰੇ ਵਾਲਾ ਲਿਬਾਸ ਪਾ ਲੈਣਾ ਫਿਰ ਉਹਨਾਂ ਦੀ ਜਵਾਬਦੇਹੀ ਕੀ ਕੀਤੀ ਜਾ ਸਕਦੀ ਹੈ? ਕਿਉਂਕਿ ਉਹਨਾਂ ਨੇ ਉਹ ਵਾਅਦਾ ਤਾਂ ਕੀਤਾ ਹੀ ਨਾ ਜਿਹੜੀ ਪਾਰਟੀ 'ਚ ਜਾ ਕੇ ਉਹ ਸਵਾਰੀ ਕਰ ਲਈ। ਮੇਰੇ ਖਿਆਲ ਦੇ ਵਿੱਚ ਰਾਜਨੀਤੀ ਦੇ ਵਿੱਚ ਵੱਡਾ ਰੰਗਾਰ ਹੈ। ਬਿਲਕੁਲ ਬੈਨੀਪਾਲ ਸਾਹਿਬ, ਪਹਿਲਾਂ ਇਹ ਕੰਮ ਮਹਾਰਾਸ਼ਟਰ 'ਚ ਚੱਲਿਆ ਜੀ, ਉਹਦੇ ਤੋਂ ਪਹਿਲਾਂ ਕਰਨਾਟਕ 'ਚ ਚੱਲਿਆ, ਬਿਹਾਰ 'ਚ ਚੱਲਦਾ ਹੀ ਰਹਿੰਦਾ, ਫਿਰ ਹਰਿਆਣੇ 'ਚ ਵੀ ਇੱਕ ਵਾਰੀ ਚੱਲਿਆ ਸੀ, ਸਾਰੀ ਦੀ ਸਾਰੀ ਪਾਰਟੀ ਉਰੇ ਪਰੇ ਹੋ ਗਈ ਸੀ। ਫਿਰ ਆ ਹੁਣੇ ਮੱਧ ਪ੍ਰਦੇਸ਼ ਵਾਲੇ ਘਟਨਾਕ੍ਰਮ ਆਪਾਂ ਦੇਖੇ ਆ ਰਾਜਸਥਾਨ ਦੇ ਵਿੱਚ ਮਹੀਨਾ ਹੋ ਗਿਆ ਕੌਣ ਕਿੱਧਰਲੇ ਪਾਸੇ, ਕਿਉਂਕਿ ਕਈ ਲੀਡਰ ਇੱਦਾਂ ਦੇ ਸੀ ਰਾਤ ਨੂੰ ਇੱਕ ਪਾਰਟੀ ਦੇ ਝੰਡਾ ਕੋਲ ਰੱਖ ਕੇ ਸੌਂਦੇ ਸੀ, ਜਦੋਂ ਸਵੇਰ ਨੂੰ ਉੱਠਦੇ ਦੂਜੀ ਪਾਰਟੀ ਦਾ ਝੰਡਾ ਉੱਥੇ ਹੁੰਦਾ ਸੀ। ਹੁਣ ਰਾਤੋਂ ਰਾਤ ਇਸ ਲਈ ਕਿਹੜਾ ਟੈਲੀਫੋਨ ਆ ਗਿਆ। ਵੈਸੇ ਦੇਸ਼ ਦੇ ਲੋਕਾਂ ਦੇ ਲਈ ਇਹ ਗੱਲ ਬੜੀ ਅਜੀਬੋ ਗਰੀਬ ਹੈ ਕਿ ਜਦੋਂ 52 ਹਜ਼ਾਰ ਇੱਕ ਦਿਨ ਦੇ ਵਿੱਚ ਕੇਸ ਨਿਕਲਦਾ, ਜਦੋਂ ਲੁਧਿਆਣੇ ਦੇ DMC ਹਸਪਤਾਲ ਦੇ ਬਾਹਰ ਸਟ੍ਰੈਚਰ ਦੇ ਉੱਤੇ ਬੈੱਡ ਹੀ ਨਹੀਂ ਮਿਲਦਾ, ਬੰਦਾ ਮਰ ਜਾਂਦਾ, ਜਦੋਂ ਦਿੱਲੀ ਦੇ ਵਿੱਚ, ਬਿਹਾਰ ਦੇ ਵਿੱਚ, ਮੱਧ ਪ੍ਰਦੇਸ਼ 'ਚ, ਮਹਾਰਾਸ਼ਟਰ ਦੇ ਵਿੱਚ ਮਜ਼ਦੂਰ ਤੁਰਦੇ ਆ, ਪੈਰਾਂ ਦੇ ਉੱਤੇ ਜ਼ਖਮ ਹੋ ਜਾਂਦੇ ਆ, ਰਾਜਸਥਾਨ ਦੇ ਵਿੱਚ ਕਿੰਨੀਆਂ ਘਟਨਾਵਾਂ ਇਦਾਂ ਦੀਆਂ ਹੁੰਦੀਆਂ। ਪਰ ਸਾਡੇ ਲੀਡਰਾਂ ਨੂੰ, ਸਾਡੇ MLAs ਨੂੰ, ਸਾਡੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਨੂੰ ਇਸ ਗੱਲ ਦੀ ਜਿਹੜੀ ਹੈ ਉਹ ਚਿੰਤਾ ਨਹੀਂ ਕਿ ਆਮ ਲੋਕ ਕਿੰਨੇ ਝੰਜਟ 'ਚ ਫਸੇ ਹੋਏ। ਚਿੰਤਾ ਸਿਰਫ ਤੇ ਸਿਰਫ ਇਸ ਗੱਲ ਦੀ ਹੈ ਕਿ ਇਸ ਲਈ ਜੇ ਐਡੀ ਗੱਦੀ ਹੈ ਤਾਂ ਭਲਕ ਨੂੰ ਐਡੀ ਗੱਦੀ ਜਿਹੜੀ ਹੈ ਉਹ ਕਿਵੇਂ ਮਿਲਣੀ ਹੈ।
ਫੋਨ ਕਾਲਸ ਰਿਕਾਰਡ ਹੋਈਆਂ, ਕੇਂਦਰ ਸਰਕਾਰ ਦੇ ਮੰਤਰੀਆਂ ਤੱਕ ਦੋਸ਼ ਲੱਗੇ, ਸ਼੍ਰੀਨਗਰ ਤੱਕ ਨੋਟਾਂ ਦੇ ਟੈਚੀ ਜਾਣ ਦੇ ਦੋਸ਼ ਲੱਗੇ। ਇਹਦੇ ਤੋਂ ਪਤਾ ਲੱਗਦਾ ਕਿ ਦੇਸ਼ ਮਹਾਨ ਬਹੁਤ ਹੈ ਤੇ ਲੀਡਰ ਸੁੱਖ ਨਾਲ ਉਦੋਂ ਵੀ ਸੁਲੱਖਣੇ ਮਿਲੇ ਆ। WhatsApp ਝੰਡਾ ਭਾਵੇਂ ਰੋਜ਼ ਬਦਲ ਜਾਂਦਾ ਹੋਵੇ ਨਾ ਸੁਰਾਣਿਓ, ਪਰ ਇੱਕ ਚੀਜ਼ ਤਾਂ ਉਹੀ ਰਹਿੰਦੀ ਸੀ, ਡੰਡਾ। ਆਹਾ, ਹੁਣ ਇਹਨਾਂ ਕੋਲ ਮੇਰਾ ਖਿਆਲ ਆ ਡੰਡੇ ਦੀ ਕਮੀ ਆ, ਉਹ ਡੰਡਾ ਲੋਕਾਂ ਕੋਲੇ ਹੈ। ਉਸ ਡੰਡੇ ਦਾ ਨਾਂ ਵੋਟ ਹੈ ਜੀ। ਜਿਹੜੇ ਵਿਅਕਤੀਆਂ ਨੇ ਚੁਣਿਆ ਕਿਸੇ ਕੰਮ ਵਾਸਤੇ ਤੇ ਪਾਰਟੀ ਕਿਸੇ ਹੋਰ 'ਚ ਤੁਰੇ ਫਿਰਦੇ ਆ, ਜਿਹੜਾ ਤੁਹਾਡੇ ਵਾਲਾ ਡੰਡਾ ਵੋਟਾਂ ਦਾ। ਜਦੋਂ ਵੀ ਜਿਹੜੇ ਵੀ ਸੂਬੇ 'ਚ ਇਲੈਕਸ਼ਨ ਹੋਈਆਂ, ਉਸ ਵਕਤ ਉਹ ਵੋਟ ਰੂਪੀ ਡੰਡੇ ਦਾ ਇਸਤੇਮਾਲ ਜ਼ਰੂਰ ਕਰਿਓ, ਆਪਣੀ ਮਰਜ਼ੀ ਦੇ ਮੁਤਾਬਕ ਕਰਿਓ, ਕਿਸੇ ਦੇ ਝਾਂਸੇ ਵਿੱਚ ਆ ਕੇ ਨਾ ਕਰਿਓ। ਇਹ ਵੀ ਦੇਖਿਓ ਕਿ ਜਿਹੜੀ ਸਰਕਾਰ ਅਸੀਂ ਚੁਣ ਕੇ ਭੇਜੇ ਸੀ, ਜਿਹੜੇ ਨੁਮਾਇੰਦੇ ਅਸੀਂ ਚੁਣ ਕੇ ਭੇਜੇ ਸੀ, ਕਿ ਸਾਡੇ ਵਾਸਤੇ ਉੱਥੇ ਬੋਲੇ ਜੀ, ਕਿ ਸਾਡੇ ਵਾਸਤੇ ਉੱਥੇ ਉਹਨਾਂ ਨੇ ਕੋਈ ਕੰਮ ਕੀਤਾ, ਕਿ ਲੋਕ ਪੱਖੀ ਨੀਤੀਆਂ ਬਣੀ ਜਾਂ ਲੋਕ ਵਿਰੋਧੀ ਨੀਤੀਆਂ ਬਣੀਆਂ। ਇਹ ਮੇਰਾ ਖਿਆਲ ਦੇ ਵਿੱਚ ਗੱਲਾਂ ਦਾ ਖਿਆਲ ਰੱਖਣਾ ਪਏਗਾ ਕਿ ਲੋਕ ਜਾਗਰੂਕ ਹੁੰਦੇ ਜਾ ਰਹੇ ਨੇ, ਪਰ ਮੈਨੂੰ ਲੱਗਦਾ ਕਿ ਇਹ ਦੋ ਚੰਦ ਉੱਪਰ ਦੀ ਨੇ। ਇਹ ਆਪਣਾ ਮੁੱਲ ਪਵਾਉਂਦੇ ਨੇ, ਉਹਨਾਂ ਨੂੰ ਪਤਾ ਕਿ ਕੰਮ ਵੱਧ ਕਰ ਲਈਏ ਘੱਟ ਕਰ ਲਈਏ, ਬਾਅਦ ਦੇ ਵਿੱਚ ਵੋਟਾਂ ਵੇਲੇ ਤਰਲ ਪਦਾਰਥ ਵੀ ਦੇਣੇ ਪੈਣੇ ਨੇ, ਵੋਟਾਂ ਮੁੱਲ ਵੀ ਖਰੀਦਣੀਆਂ ਪੈਣੀਆਂ ਨੇ, ਇਸੇ ਕਰਕੇ ਆਪਣਾ ਮੁੱਲ ਲਵਾਈ ਜਾਂਦੀ ਹੈ। ਬਿਲਕੁਲ ਬੈਨੀਪਾਲ ਸਾਹਿਬ, ਦੇਖਦੇ ਆ ਕਿ ਮੁੱਲ ਕਿਹਦਾ ਕਿੰਨਾ ਲੱਗਦਾ, ਪਰ ਲੱਗਦਾ ਇਹ ਹੈ ਕਿ ਕੈਲਗਰੀ ਵਾਲਿਆਂ ਨੇ ਮੁੱਲ ਆਪਣਾ ਜਿਹੜਾ ਉਹ ਪੂਰਾ ਪਾਇਆ ਤੇ ਮੁੱਲ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਭਾਈ ਤਾਰ ਕੇ ਜਾਈਏ। ਸੋ ਅਲਬਰਟਾ, ਕੈਲਗਰੀ, ਐਡਮਿੰਟਨ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਤੇ ਲਗਾਤਾਰ ਪ੍ਰੋਗਰਾਮ ਤੁਹਾਡਾ ਵੀ ਧੰਨਵਾਦ, ਸ਼ੁਕਰੀਆ ਜੀ, ਮਿਹਰਬਾਨੀ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰਾਈਮ ਫੋਕਸ। ਉਮੀਦ ਕਰ ਰਹੇ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।